ਕਰੋਨਾ ਮਹਾਂਮਾਰੀ ਦੇ ਮਾਮਲੇ ਵਿੱਚ ਕਾਫੀ ਸੰਤੁਸ਼ਟੀਜਨਕ ਖਬਰਾਂ ਮਿਲਣ ਲੱਗੀਆਂ ਹਨ। ਡੰਡੀ ਦੇਸ਼ ਭਰ ਵਿੱਚ ਜਿੱਥੇ ਨਵੇਂ ਕੇਸਾਂ ਦੀ ਗਿਣਤੀ ਘਟ ਰਹੀ ਹੈ, ਉੱਥੇ ਮੌਤਾਂ ਦੀ ਗਿਣਤੀ ਵਿੱਚ ਵੀ ਪਹਿਲਾਂ ਨਾਲੋਂ ਵੱਡਾ ਅੰਤਰ ਆਇਆ ਹੈ। ਡੰਡੀ ਪਿਛਲੇ 4 ਮਹੀਨਿਆਂ ਤੋਂ ਦਿਨ ਪ੍ਰਤੀ ਦਿਨ ਇਸ ਦਾ ਪ੍ਰਭਾਵ ਘਟਦਾ ਜਾ ਰਿਹਾ ਹੈ। ਡੰਡੀ ਇਸ ਸੰਦਰਭ ਵਿੱਚ ਪ੍ਰਭਾਵਸ਼ਾਲੀ ਟੀਕਾਕਰਨ ਨੂੰ ਵੀ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਡੰਡੀ ਹੁਣ ਤੱਕ 42 ਕਰੋੜ ਦੇ ਲਗਭਗ ਲੋਕਾਂ ਨੂੰ ਟੀਕਿਆਂ ਦੀਆਂ 1 ਜਾਂ 2 ਖੁਰਾਕਾਂ ਲਾਈਆਂ ਜਾ ਚੁੱਕੀਆਂ ਹਨ। ਡੰਡੀ ਇਸ ਦੇ ਨਾਲ ਹੀ ਟੀਕਿਆਂ ਦਾ ਉਤਪਾਦਨ ਕਰਨ ਵਾਲੀਆਂ ਕੰਪਨੀਆਂ ਨਾਲ ਕੇਂਦਰ ਸਰਕਾਰ ਵੱਲੋਂ ਨਵੇਂ ਕਰਾਰ ਵੀ ਕੀਤੇ ਜਾ ਰਹੇ ਹਨ। ਡੰਡੀ 21 ਜੂਨ ਤੋਂ ਕੇਂਦਰ ਸਰਕਾਰ ਨੇ ਮੁਫਤ ਟੀਕਾਕਰਨ ਦੀ ਮੁਹਿੰਮ ਦਾ ਐਲਾਨ ਕੀਤਾ ਸੀ, ਜਿਸ ਵਿੱਚ 75% ਮੁਫਤ ਟੀਕੇ ਸਰਕਾਰੀ ਪੱਧਰ 'ਤੇ ਲਗਾਏ ਜਾਣੇ ਸਨ ਅਤੇ 25% ਟੀਕੇ ਨਿੱਜੀ ਹਸਪਤਾਲਾਂ ਨੂੰ ਦੇਣ ਦਾ ਫੈਸਲਾ ਕੀਤਾ ਸੀ। ਡੰਡੀ ਮਿਲ ਰਹੀਆਂ ਰਿਪੋਰਟਾਂ ਅਨੁਸਾਰ ਸਰਕਾਰੀ ਕੇਂਦਰ ਤੋਂ ਟੀਕੇ ਲਗਵਾਉਣ ਦਾ ਰੁਝਾਨ ਵਧੇਰੇ ਵਧਿਆ ਹੈ। ਡੰਡੀ ਇਸੇ ਲਈ ਹੁਣ ਵੀ ਬਹੁਤੇ ਹਸਪਤਾਲਾਂ ਵਿੱਚ ਇਸ ਲਈ ਵੱਡੀਆਂ ਕਤਾਰਾਂ ਲੱਗੀਆਂ ਦਿਖਾਈ ਦਿੰਦੀਆਂ ਹਨ। ਡੰਡੀ ਚਾਹੇ ਕੇਂਦਰ ਸਰਕਾਰ ਨੇ ਆਪਣੇ ਮੰਤਵ ਦੀ ਪ੍ਰਾਪਤੀ ਲਈ ਵੱਡਾ ਟੀਚਾ ਮਿੱਥਿਆ ਸੀ। ਸ਼ੁਰੂ ਵਿੱਚ ਪਹਿਲੇ 1 ਦਿਨ ਵਿੱਚ ਹੀ 86 ਲੱਖ ਤੋਂ ਵਧੇਰੇ ਲੋਕਾਂ ਦਾ ਟੀਕਾਕਰਨ ਕੀਤਾ ਗਿਆ ਸੀ, ਪਰ ਬਾਅਦ ਵਿੱਚ ਇਹ ਰਫ਼ਤਾਰ ਘਟਦੀ ਗਈ ਅਤੇ ਹੁਣ ਇਹ ਘਟ ਕੇ 34 ਲੱਖ ਪ੍ਰਤੀ ਦਿਨ 'ਤੇ ਆ ਗਈ ਹੈ। ਡੰਡੀ ਚਾਹੇ ਆਉਂਦੇ ਅਗਸਤ ਮਹੀਨੇ ਤੋਂ ਇਸ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਦਸੰਬਰ ਦੇ ਮਹੀਨੇ ਤੱਕ ਸਾਰੇ ਬਾਲਗ ਉਮਰ ਦੇ ਲੋਕਾਂ ਨੂੰ ਟੀਕਾ ਲਗਾ ਦਿੱਤਾ ਜਾਏਗਾ। ਡੰਡੀ ਇਸ ਲਈ ਸੀਰਮ ਇੰਸਟੀਚਿਊਟ ਆਫ ਇੰਡੀਆ ਤੋਂ ਦਸੰਬਰ ਮਹੀਨੇ ਤੱਕ 37.5 ਕਰੋੜ ਅਤੇ ਭਾਰਤ ਬਾਇਓਟੈਕ ਤੋਂ 28.5 ਕਰੋੜ ਖੁਰਾਕਾਂ ਖਰੀਦੀਆਂ ਜਾਣਗੀਆਂ। ਡੰਡੀ ਪਰ ਇਸੇ ਸਮੇਂ ਵਿੱਚ ਵੱਖ-ਵੱਖ ਰਾਜਾਂ ਵਿੱਚੋਂ ਇਹ ਆਵਾਜ਼ਾਂ ਉੱਭਰੀਆਂ ਹਨ ਕਿ ਉਹਨਾਂ ਨੂੰ ਕੇਂਦਰ ਵੱਲੋਂ ਟੀਕਿਆਂ ਦੀ ਘੱਟ ਸਪਲਾਈ ਕੀਤੀ ਜਾ ਰਹੀ ਹੈ ਅਤੇ ਨਿੱਤ ਦਿਨ ਉਹ ਸਿਹਤ ਮੰਤਰਾਲੇ ਨਾਲ ਖੈਬੜਦੇ ਨਜ਼ਰ ਆ ਰਹੇ ਹਨ। ਡੰਡੀ ਮਹਾਰਾਸ਼ਟਰ, ਦਿੱਲੀ, ਪੱਛਮੀ ਬੰਗਾਲ, ਰਾਜਸਥਾਨ, ਤਾਮਿਲਨਾਡੂ ਅਤੇ ਓਡੀਸ਼ਾ ਨੇ ਲਿਖਤੀ ਰੂਪ ਵਿੱਚ ਆਪਣੇ ਇਤਰਾਜ਼ ਜਤਾਏ ਹਨ। ਡੰਡੀ ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੇਂਦਰ ਤੋਂ ਤੁਰੰਤ 40 ਲੱਖ ਟੀਕਿਆਂ ਦੀ ਮੰਗ ਕੀਤੀ ਸੀ। ਡੰਡੀ ਉਹਨਾਂ ਨੇ ਵੀ ਸਰਕਾਰੀ ਕੇਂਦਰਾਂ ਤੋਂ ਟੀਕੇ ਲਗਵਾਉਣ ਦੇ ਲੋਕਾਂ ਦੇ ਵੱਧ ਰਹੇ ਰੁਝਾਨ ਦਾ ਜ਼ਿਕਰ ਕੀਤਾ ਹੈ। ਡੰਡੀ ਪੰਜਾਬ ਵਿੱਚ ਹੁਣ ਤੱਕ 90 ਲੱਖ ਤੋਂ ਵੱਧ ਲੋਕਾਂ ਨੂੰ ਟੀਕੇ ਲੱਗ ਚੁੱਕੇ ਹਨ। ਡੰਡੀ ਅਸੀਂ ਸਮਝਦੇ ਹਾਂ ਕਿ ਕੇਂਦਰ ਸਰਕਾਰ ਨੂੰ ਟੀਕਾਕਰਨ ਦੀ ਮੁਹਿੰਮ ਵਿੱਚ ਹੋਰ ਤੇਜ਼ੀ ਲਿਆਉਣੀ ਚਾਹੀਦੀ ਹੈ। ਡੰਡੀ ਇਸ ਨਾਲ ਹੀ ਸਮੁੱਚੀ ਸਥਿਤੀ ਵਿੱਚ ਸੁਧਾਰ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਡੰਡੀ ਹੁਣ ਜਦੋਂ ਕਿ ਇਸ ਬਿਮਾਰੀ ਕਾਰਨ ਹੋਈਆਂ ਤਾਲਾਬੰਦੀਆਂ ਦਾ ਦੌਰ ਲਗਭਗ ਖਤਮ
ਹੋ ਚੁੱਕਾ ਹੈ। ਡੈਂਡੀ ਲੋਕ ਜੀਵਨ ਵਿੱਚ ਵੱਧ ਤੋਂ ਵੱਧ ਖੁੱਲ੍ਹਾਂ ਦਿੱਤੀਆਂ ਜਾ ਰਹੀਆਂ ਹਨ। ਡੈਂਡੀ ਦੇਸ਼ ਭਰ ਵਿੱਚ ਡਿੱਗੀ ਹੋਈ ਆਰਥਿਕਤਾ ਨੂੰ ਕੁਝ ਹੁਲਾਰਾ ਮਿਲਣਾ ਸ਼ੁਰੂ ਹੋਇਆ ਹੈ। ਡੈਂਡੀ ਬੇਰੁਜ਼ਗਾਰੀ ਦਾ ਦਬਾਅ ਵੀ ਕੁਝ ਘਟਣ ਲੱਗਾ ਹੈ। ਡੈਂਡੀ ਆਮ ਅਤੇ ਲੋੜਵੰਦ ਤਬਕੇ ਦੇ ਮਨਾਂ ਵਿੱਚ ਮੁੜ ਆਸ ਬੱਝੀ ਹੈ ਤਾਂ ਟੀਕਾਕਰਨ ਦੀ ਮੁਹਿੰਮ ਵਿੱਚ ਤੇਜ਼ੀ ਲਿਆ ਕੇ ਇਸ ਅਮਲ ਵਿੱਚ ਹੋਰ ਵੀ ਵੱਡੀ ਮਜ਼ਬੂਤੀ ਲਿਆਂਦੀ ਜਾ ਸਕਦੀ ਹੈ। ਡੈਂਡੀ ਇਸ ਦੇ ਨਾਲ ਹੀ ਕਿਸੇ ਸੰਭਾਵੀ ਤੀਸਰੀ ਲਹਿਰ ਨੂੰ ਵੀ ਰੋਕਣ ਵਿੱਚ ਸਫਲਤਾ ਪ੍ਰਾਪਤ ਹੋ ਸਕਦੀ ਹੈ। ਡੈਂਡੀ ਮਿਲ ਰਹੀਆਂ ਖਬਰਾਂ ਅਨੁਸਾਰ ਜੇਕਰ ਆਉਂਦੇ ਸਮੇਂ ਵਿੱਚ ਬੱਚਿਆਂ ਦਾ ਵੀ ਪ੍ਰਭਾਵਸ਼ਾਲੀ ਢੰਗ ਨਾਲ ਟੀਕਾਕਰਨ ਕੀਤਾ ਜਾ ਸਕੇ ਤਾਂ ਇਸ ਨਾਲ ਸਥਿਤੀ ਹੋਰ ਬਿਹਤਰ ਹੋਏਗੀ, ਕਿਉਂਕਿ ਪਿਛਲੇ ਲਗਭਗ 1 ਸਾਲ ਤੋਂ ਬੱਚਿਆਂ ਦੀ ਪੜ੍ਹਾਈ 'ਤੇ ਇਸ ਹਾਲਾਤ ਨੇ ਬਹੁਤ ਵੱਡਾ ਨਾਪੱਖੀ ਅਸਰ ਪਾਇਆ ਹੈ, ਜਿਸ ਨੂੰ ਘਟਾਇਆ ਜਾ ਸਕੇਗਾ। ਡੈਂਡੀ ਬੱਝ ਰਹੀ ਉਮੀਦ ਨੇ ਲੋਕ ਜੀਵਨ ਵਿੱਚ ਨਵੀਂ ਧੜਕਣ ਜ਼ਰੂਰ ਪੈਦਾ ਕਰਨੀ ਸ਼ੁਰੂ ਕਰ ਦਿੱਤੀ ਹੈ। ਡੈਂਡੀ ਇਸ ਦਿਸ਼ਾ ਵਿੱਚ ਸਰਕਾਰਾਂ ਅਤੇ ਲੋਕਾਂ ਨੂੰ ਆਪਸੀ ਸਹਿਯੋਗ ਨਾਲ ਹੋਰ ਵੀ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਦੇਸ਼ ਮਹਾਂਮਾਰੀ ਤੋਂ ਉੱਭਰ ਸਕੇ। ਡੈਂਡੀ ਪਹਿਰਾ ਜੇਕਰ ਧੂੰਆਂ ਦਿਖਾਈ ਦੇ ਰਿਹਾ ਹੈ ਤਾਂ ਅੱਗ ਵੀ ਕਿਤੇ ਜ਼ਰੂਰ ਲੱਗੀ ਹੋਵੇਗੀ। ਡੈਂਡੀ ਇਸ ਲਈ ਇਸ ਖਬਰ ਨੂੰ ਸਿਰੇ ਤੋਂ ਖਾਰਜ ਕਰਨਾ ਉਚਿਤ ਨਹੀਂ ਹੋਵੇਗਾ ਕਿ ਪੈਗਾਸਸ ਸਪਾਈਸਵੇਅਰ ਰਾਹੀਂ ਕਾਂਗਰਸੀ ਆਗੂ ਰਾਹੁਲ ਗਾਂਧੀ ਸਮੇਤ ਕਈ ਸਿਆਸਤਦਾਨਾਂ, ਮੰਤਰੀਆਂ, ਪੱਤਰਕਾਰਾਂ, ਕਾਰਕੁੰਨਾਂ ਅਤੇ ਇੱਕ ਸੁਪਰੀਮ ਕੋਰਟ ਦੇ ਜੱਜ ਦੀ ਜਾਸੂਸੀ ਕੀਤੀ ਗਈ ਸੀ ਅਤੇ ਸ਼ਾਇਦ ਹੁਣ ਵੀ ਹੋ ਰਹੀ ਹੋਵੇ। ਡੈਂਡੀ ਅਖਬਾਰਾਂ ਦੀਆਂ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਲਗਭਗ 1000 ਭਾਰਤੀ ਫ਼ੋਨ ਨੰਬਰਾਂ ਨੂੰ ਨਿਗਰਾਨੀ ਹੇਠ ਲਿਆਂਦਾ ਗਿਆ ਸੀ, ਜਿਨ੍ਹਾਂ ਵਿੱਚੋਂ ਕਰੀਬ 300 ਦੀ ਪੁਸ਼ਟੀ ਹੋ ਚੁੱਕੀ ਹੈ। ਡੈਂਡੀ ਇਹ ਅਖਬਾਰੀ ਰਿਪੋਰਟ ਕਈ ਕਾਰਨਾਂ ਤੋਂ ਭਰੋਸੇਯੋਗ ਹੈ। ਡੈਂਡੀ ਇੱਕ ਕੌਮਾਂਤਰੀ ਸਹਿਯੋਗਾਤਮਕ ਜਾਂਚ ਦਾ ਨਤੀਜਾ ਹੈ, ਜਿਸ ਵਿੱਚ ਐਮਨੈਸਟੀ ਇੰਟਰਨੈਸ਼ਨਲ ਅਤੇ ਫੋਰਬਿਡਨ ਸਟੋਰੀਜ਼ ਪੈਰਿਸ ਵਿੱਚ ਗੈਰ ਮੁਨਾਫੇ ਵਾਲਾ ਮੀਡੀਆ ਸ਼ਾਮਲ ਹੈ। ਡੈਂਡੀ ਇਹਨਾਂ ਰਿਪੋਰਟਾਂ ਦੀ ਗਿਣਤੀ ਦੁਨੀਆ ਭਰ ਦੀਆਂ 16% ਪ੍ਰਸਿੱਧ ਮੀਡੀਆ ਸੰਸਥਾਵਾਂ ਨੇ ਮੁੜ ਜਾਂਚ ਕੀਤੀ ਹੈ ਅਤੇ ਆਖਰੀ ਇਹ ਕਿ ਯੂਨੀਵਰਸਿਟੀ ਆਫ ਟੋਰਾਂਟੋ ਦੀ ਸਨਮਾਨਿਤ ਸਿਟੀਜ਼ਨ ਲੈਬ ਨੇ ਸਮਾਰਟਫੋਨਾਂ ਦੀ ਤਕਨੀਕੀ ਸਮੀਖਿਆ ਕਰਨ ਤੋਂ ਬਾਅਦ ਉਹਨਾਂ ਵਿੱਚ ਸਪਾਈਸਵੇਅਰ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਹੈ ਅਤੇ ਉਸ ਦੇ ਕੰਮ ਕਰਨ ਦੇ ਤਰੀਕੇ ਦੀ ਵੀ ਵਿਆਖਿਆ ਕੀਤੀ ਹੈ। ਡੈਂਡੀ ਹੁਣ ਜਦੋਂ ਕਿ ਇਸ ਬਿਮਾਰੀ ਕਾਰਨ ਹੋਈਆਂ ਤਾਲਾਬੰਦੀਆਂ ਦੇ ਦੌਰਾਨ ਲਗਭਗ ਖਤਮ ਹੋ ਚੁੱਕਾ ਹੈ। ਡੰਡੀ ਲੋਕ ਜੀਵਨ ਵਿੱਚ ਵੱਧ ਤੋਂ ਵੱਧ ਖੁੱਲ੍ਹਾਂ ਦਿੱਤੀਆਂ ਜਾ ਰਹੀਆਂ ਹਨ। ਡੰਡੀ ਦੇਸ਼ ਭਰ ਵਿੱਚ ਡਿੱਗੀ ਹੋਈ ਆਰਥਿਕਤਾ ਨੂੰ ਕੁਝ ਹੁਲਾਰਾ ਮਿਲਣਾ ਸ਼ੁਰੂ ਹੋਇਆ ਹੈ। ਡੰਡੀ ਬੇਰੁਜ਼ਗਾਰੀ ਦਾ ਦਬਾਅ ਵੀ ਕੁਝ ਘਟਣ ਲੱਗਾ ਹੈ। ਡੰਡੀ ਆਮ ਅਤੇ ਲੋੜਵੰਦ ਤਬਕੇ ਦੇ ਮਨਾਂ ਵਿੱਚ ਮੁੜ ਆਸ ਬੱਝੀ ਹੈ ਤਾਂ
ਟੀਕਾਕਰਨ ਦੀ ਮੁਹਿੰਮ ਵਿੱਚ ਤੇਜ਼ੀ ਲਿਆ ਕੇ ਇਸ ਅਮਲ ਵਿੱਚ ਹੋਰ ਵੀ ਵੱਡੀ ਮਜ਼ਬੂਤੀ ਲਿਆਂਦੀ ਜਾ ਸਕਦੀ ਹੈ। ਡੰਡੀ ਇਸ ਦੇ ਨਾਲ ਹੀ ਕਿਸੇ ਸੰਭਾਵੀ ਤੀਸਰੀ ਲਹਿਰ ਨੂੰ ਵੀ ਰੋਕਣ ਵਿੱਚ ਸਫਲਤਾ ਪ੍ਰਾਪਤ ਹੋ ਸਕਦੀ ਹੈ। ਡੰਡੀ ਮਿਲ ਰਹੀਆਂ ਖਬਰਾਂ ਅਨੁਸਾਰ ਜੇਕਰ ਆਉਂਦੇ ਸਮੇਂ ਵਿੱਚ ਬੱਚਿਆਂ ਦਾ ਵੀ ਪ੍ਰਭਾਵਸ਼ਾਲੀ ਢੰਗ ਨਾਲ ਟੀਕਾਕਰਨ ਕੀਤਾ ਜਾ ਸਕੇ ਤਾਂ ਇਸ ਨਾਲ ਸਥਿਤੀ ਹੋਰ ਬਿਹਤਰ ਹੋਏਗੀ, ਕਿਉਂਕਿ ਪਿਛਲੇ ਲਗਭਗ 1 ਸਾਲ ਤੋਂ ਬੱਚਿਆਂ ਦੀ ਪੜ੍ਹਾਈ 'ਤੇ ਇਸ ਹਾਲਾਤ ਨੇ ਬਹੁਤ ਵੱਡਾ ਨਾਪੱਖੀ ਅਸਰ ਪਾਇਆ ਹੈ, ਜਿਸ ਨੂੰ ਘਟਾਇਆ ਜਾ ਸਕੇਗਾ। ਡੰਡੀ ਵੱਜ ਰਹੀ ਉਮੀਦ ਨੇ ਲੋਕ ਜੀਵਨ ਵਿੱਚ ਨਵੀਂ ਧੜਕਣ ਜ਼ਰੂਰ ਪੈਦਾ ਕਰਨੀ ਸ਼ੁਰੂ ਕਰ ਦਿੱਤੀ ਹੈ। ਡੰਡੀ ਇਸ ਦਿਸ਼ਾ ਵਿੱਚ ਸਰਕਾਰਾਂ ਅਤੇ ਲੋਕਾਂ ਨੂੰ ਆਪਸੀ ਸਹਿਯੋਗ ਨਾਲ ਹੋਰ ਵੀ ਪ੍ਰਭਾਵੀ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਦੇਸ਼ ਮਹਾਮਾਰੀ ਤੋਂ ਉੱਭਰ ਸਕੇ। ਡੰਡੀ ਪਿਛਲੇ ਦਿਨੀਂ ਸੰਪਾਦਕੀ ਵਿੱਚ ਪੰਜਾਬ ਨੂੰ ਚੁਫੇਰਿਓਂ ਲੱਗ ਰਹੀ ਢਾਹ ਬਾਰੇ ਵੱਡੀ ਚਿੰਤਾ ਪੜ੍ਹਨ ਨੂੰ ਮਿਲੀ। ਡੰਡੀ ਦੇਸ਼ ਦੀ ਵੰਡ ਤੋਂ ਬਾਅਦ ਪੰਜਾਬ ਨੂੰ ਭੂਗੋਲਿਕ ਪੱਖ ਤੋਂ ਵੱਡਾ ਖੋਰਾ ਲੱਗਾ ਹੈ। ਡੰਡੀ ਇਸ ਤੋਂ ਬਾਅਦ ਪਾਕਿਸਤਾਨ ਨਾਲ ਤਣਾਅ ਹੋਣ ਕਰਕੇ ਪਾਕਿਸਤਾਨ, ਅਫਗਾਨਿਸਤਾਨ ਅਤੇ ਕੇਂਦਰੀ ਏਸ਼ੀਆ ਦੇ ਮੁਲਕਾਂ ਨਾਲ ਸੜਕੀ ਵਪਾਰ ਨਾ ਹੋਣ ਕਰਕੇ ਬਹੁਤ ਵੱਡਾ ਘਾਟਾ ਪਿਆ ਹੈ। ਡੰਡੀ ਪੰਜਾਬ ਸਮੁੰਦਰੀ ਤੱਟਾਂ ਤੋਂ ਦੂਰ ਹੋਣ ਕਰਕੇ ਇੱਥੇ ਢੋਆ ਢੁਆਈ 'ਤੇ ਹੀ ਵੱਡਾ ਖਰਚਾ ਆ ਜਾਂਦਾ ਹੈ। ਡੰਡੀ ਦੂਸਰਾ ਕੇਂਦਰ ਸਰਕਾਰ ਵੱਲੋਂ ਪੰਜਾਬ ਵਿਚਲੀ ਸਨਅਤ ਨਾਲ ਵਿਤਕਰਾ ਕਰਨ ਕਰਕੇ ਇੱਥੋਂ ਸਨਅਤ ਵੱਡੀ ਪੱਧਰ 'ਤੇ ਹਿਜਰਤ ਕਰਕੇ ਭਾਰਤ ਦੇ ਦੂਜੇ ਰਾਜਾਂ ਵਿੱਚ ਚਲੀ ਗਈ ਹੈ। ਡੰਡੀ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਦੇ ਹਾਲਾਤ ਗੜਬੜ ਵਾਲੇ ਹੋਣ ਕਰਕੇ ਵੀ ਇੱਥੋਂ ਸੰਤਾਂ ਦਾ ਉਜਾੜਾ ਹੋਇਆ ਹੈ। ਡੰਡੀ ਸਮੇਂ-ਸਮੇਂ 'ਤੇ ਸੂਬਾ ਸਰਕਾਰ ਨੇ ਸਨਅਤਾਂ ਨੂੰ ਉਤਸ਼ਾਹਿਤ ਕਰਨ ਦੀ ਬਜਾਏ ਉਹਨਾਂ ਨੂੰ ਲੁੱਟਣ ਵੱਲ ਜ਼ਿਆਦਾ ਧਿਆਨ ਦਿੱਤਾ ਹੈ। ਡੰਡੀ ਸਿੱਟੇ ਵਜੋਂ ਅੰਮ੍ਰਿਤਸਰ, ਬਟਾਲਾ, ਲੁਧਿਆਣਾ, ਗੁਰਾਇਆ, ਮੰਡੀ ਗੋਬਿੰਦਗੜ੍ਹ ਆਦਿ ਸਨਅਤਾਂ ਦੇ ਨਾਲ ਪੰਜਾਬ ਵਿੱਚੋਂ ਸਰਕਾਰੀ ਖੰਡ ਮਿੱਲਾਂ ਦਾ ਭੋਗ ਪੈ ਜਾਣਾ ਸੂਬੇ ਦੀਆਂ ਸਰਕਾਰਾਂ ਦੀ ਵੱਡੀ ਨਲਾਇਕੀ ਹੈ। ਡੰਡੀ ਅੱਜ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਕਿਸਾਨਾਂ ਨੂੰ ਤਕਰੀਬਨ 8 ਮਹੀਨੇ ਪੂਰੇ ਹੋਣ ਵਾਲੇ ਹਨ। ਡੰਡੀ ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਹੋਰ ਸੂਬਿਆਂ ਦੇ ਕਿਸਾਨਾਂ ਨੇ ਇਸ ਵਿੱਚ ਆਪਣੀ ਹਾਜ਼ਰੀ ਲਵਾਉਣੀ ਸ਼ੁਰੂ ਕੀਤੀ। ਡੰਡੀ ਹੌਲੀ ਹੌਲੀ ਚਾਹੇ ਉਹ ਸ਼ਹਿਰੀ ਤਬਕਾ ਹੋਵੇ ਜਾਂ ਲੇਖਕ, ਬੁੱਧੀਜੀਵੀ, ਕਲਾਕਾਰ ਕਿਸੇ ਵੀ ਤਬਕੇ ਨਾਲ ਸੰਬੰਧ ਰੱਖਦਾ ਹੋਵੇ, ਕਿਸਾਨੀ ਅੰਦੋਲਨ ਦੀ ਹਮਾਇਤ ਕਰ ਰਿਹਾ ਹੈ। ਡੰਡੀ ਅੱਜ ਇਹ ਅੰਦੋਲਨ ਜਨ ਅੰਦੋਲਨ ਬਣ ਗਿਆ ਹੈ। ਡੰਡੀ ਕੇਂਦਰ ਸਰਕਾਰ ਦੇ ਆਗੂਆਂ ਵੱਲੋਂ ਕਿਸਾਨਾਂ ਨੂੰ ਕਦੇ ਖਾਲਿਸਤਾਨੀ, ਅੱਤਵਾਦੀ, ਮਾਓਵਾਦੀ ਵਰਗੇ ਸ਼ਬਦਾਂ ਨਾਲ ਭੰਡਿਆ ਗਿਆ। ਡੰਡੀ ਕੇਂਦਰ ਸਰਕਾਰ ਦੀਆਂ ਕਿਸਾਨਾਂ ਨਾਲ 11 ਬੈਠਕਾਂ ਹੋਈਆਂ ਹਨ ਪਰ ਕੋਈ ਸਾਰਥਕ ਨਤੀਜਾ ਨਾ ਨਿਕਲਿਆ। ਡੰਡੀ ਵਿਚਾਰਨ ਵਾਲੀ ਗੱਲ ਹੈ ਕਿ ਖੇਤੀ ਸੂਬਿਆਂ ਦਾ ਵਿਸ਼ਾ ਹੈ। ਡੰਡੀ ਸੰਵਿਧਾਨ ਅਨੁਸਾਰ ਕੇਂਦਰ ਸਰਕਾਰ ਇਹ ਖੇਤੀ ਕਾਨੂੰਨ ਨਹੀਂ ਬਣਾ ਸਕਦੀ। ਡੰਡੀ
ਤਤ ਪੁੜਤ ਚ ਕੇਂਦਰ ਸਰਕਾਰ ਨੇ ਇਹ ਖੇਤੀ ਕਾਨੂੰਨ ਰਾਜ ਸਭਾ ਵਿੱਚ ਪਾਸ ਕਰਵਾ ਲਏ ਡੰਡੀ। ਇਹ ਕਾਨੂੰਨ ਪੂਰੀ ਤਰ੍ਹਾਂ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਹਨ ਡੰਡੀ। ਅੱਜ ਮਹਿੰਗਾਈ ਸਿਖਰਾਂ 'ਤੇ ਪਹੁੰਚ ਗਈ ਹੈ ਡੰਡੀ। ਕਿਸਾਨਾਂ ਦਾ ਦਾਅਵਾ ਹੈ ਕਿ ਜੇ ਇਹ ਖੇਤੀ ਕਾਨੂੰਨ ਲਾਗੂ ਹੋ ਜਾਂਦੇ ਹਨ ਤਾਂ ਕਿਸਾਨ ਖੁਦਕੁਸ਼ੀਆਂ ਨੂੰ ਹੋਰ ਵਾਧਾ ਹੋਵੇਗਾ ਡੰਡੀ। ਅੱਜ ਕਿਸਾਨੀ ਅੰਦੋਲਨ ਦੀ ਗੂੰਜ ਵਿਸ਼ਵ ਦੇ ਹਰ ਕੋਨੇ ਵਿੱਚ ਪਹੁੰਚ ਚੁੱਕੀ ਹੈ ਡੰਡੀ। ਪਿਛਲੇ ਮਹੀਨੇ ਕਿਸਾਨ ਜਥੇਬੰਦੀਆਂ ਵੱਲੋਂ ਆਪਣੇ ਸੂਬਿਆਂ ਦੇ ਰਾਜਪਾਲਾਂ ਨੂੰ ਮੈਮੋਰੰਡਮ ਵੀ ਦਿੱਤੇ ਗਏ ਡੰਡੀ। ਹੁਣ ਕਿਸਾਨਾਂ ਵੱਲੋਂ ਮੌਨਸੂਨ ਇਜਲਾਸ 'ਚ ਸੰਸਦ ਵੱਲ ਕੂਚ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਡੰਡੀ। ਭਰਾ ਜੁਲਾਈ ਅਗਸਤ ਸਤੰਬਰ ਵਰਖਾ ਰੁੱਤ ਹੋਣ ਕਾਰਨ ਨਵੇਂ ਬੂਟੇ ਲਾਉਣ ਲਈ ਢੁਕਵਾਂ ਮੌਸਮ ਹੋਣ ਕਾਰਨ ਬਹੁਤ ਵਧੀਆ ਹੈ ਡੰਡੀ। ਵਣ ਮਹਾਂ ਉਤਸਵ ਅਕਸਰ ਸਾਉਣ ਮਹੀਨੇ ਆਉਂਦਾ ਹੈ, ਭਾਵ ਜੁਲਾਈ ਮਹੀਨੇ ਦੇ ਵਿਚਕਾਰ ਡੰਡੀ। ਇਹਨਾਂ ਮਹੀਨਿਆਂ ਦੌਰਾਨ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਡੰਡੀ। ਮੀਂਹ ਕਾਰਨ ਬੂਟਿਆਂ ਨੂੰ ਪਾਣੀ ਆਸਾਨੀ ਨਾਲ ਮਿਲ ਜਾਂਦਾ ਹੈ ਡੰਡੀ। ਆਓ ਸਾਰੇ ਆਪਣੇ ਖੇਤਾਂ, ਘਰਾਂ, ਸਕੂਲ, ਕਾਲਜ, ਪਿੰਡ ਅਤੇ ਸ਼ਹਿਰ ਦੀਆਂ ਖਾਲੀ ਥਾਵਾਂ 'ਤੇ ਫਲਦਾਰ ਬੂਟੇ ਅਤੇ ਸ਼ਾਨਦਾਰ ਬੂਟੇ ਲਗਾਈਏ ਅਤੇ ਉਹਨਾਂ ਦੀ ਸੇਵਾ ਸੰਭਾਲ ਕਰੀਏ। ਵਣ ਮਹਾਂ ਉਤਸਵ ਨੂੰ ਵੱਡੇ ਪੱਧਰ 'ਤੇ ਮਨਾਈਏ ਅਤੇ ਹੋਰਾਂ ਨੂੰ ਵੀ ਉਤਸ਼ਾਹਿਤ ਕਰੀਏ ਡੰਡੀ। ਭਰਾ ਮਹਾਨ ਅਦਾਕਾਰ ਦਲੀਪ ਕੁਮਾਰ ਦੇ ਅਕਾਲ ਚਲਾਣੇ ਤੋਂ ਕੁਝ ਦਿਨਾਂ ਬਾਅਦ ਹੀ ਰਾਮਸੇ ਬ੍ਰਦਰਜ਼ ਵਿੱਚੋਂ ਸਭ ਤੋਂ ਵੱਡੇ ਭਰਾ ਕੁਮਾਰ ਰਾਮਸੇ ਦਾ ਵੀ ਦੇਹਾਂਤ ਹੋ ਜਾਣ ਨਾਲ ਸਮੁੱਚਾ ਬਾਲੀਵੁੱਡ ਨੂੰ ਬਹੁਤ ਘਾਟਾ ਪਿਆ ਹੈ ਡੰਡੀ। ਘੱਟ ਬਜਟ ਨਾਲ ਕਾਮਯਾਬ ਹੌਰਰ ਫਿਲਮਾਂ ਬਣਾਉਣ ਵਿੱਚ ਰਾਮਸਿਆਂ ਦਾ ਕੋਈ ਮੁਕਾਬਲਾ ਨਹੀਂ ਡੰਡੀ। ਆਪਣੀ ਪਹਿਲੀ ਹੀ ਫਿਲਮ 2 ਗਜ ਜ਼ਮੀਨ ਕੇ ਨੀਚੇ ਦੀ ਸਫਲਤਾ ਤੋਂ ਬਾਅਦ ਰਾਮਸੇ ਭਰਾਵਾਂ ਨੇ ਇੱਕ ਨੰਨੀ ਮੁੰਨੀ ਲੜਕੀ ਥੀ, ਦਰਵਾਜ਼ਾ, ਸਨਾਟਾ, ਹੋਟਲ, ਪੁਰਾਣਾ ਮੰਦਰ, ਟੈਲੀਫੋਨ, ਤਹਿਖਾਨਾ, ਖੋਜ ਅਤੇ ਵਰਾਨਾ ਵਰਗੀਆਂ ਕਈ ਸ਼ਾਨਦਾਰ ਹੌਰਰ ਸਸਪੈਂਸ ਫਿਲਮਾਂ ਦੀ ਝੜੀ ਲਾ ਦਿੱਤੀ ਸੀ ਡੰਡੀ। ਇੱਕ ਸਮਾਂ ਅਜਿਹਾ ਵੀ ਸੀ ਜਦੋਂ ਡਰ ਅਤੇ ਦਹਿਸ਼ਤ ਦਾ ਦੂਜਾ ਨਾਂ ਰਾਮਸੇ ਬ੍ਰਦਰਜ਼ ਨੂੰ ਮੰਨਿਆ ਜਾਂਦਾ ਸੀ ਡੰਡੀ। ਖੈਰ, ਆਪਣੀਆਂ ਜ਼ਿਆਦਾਤਰ ਫਿਲਮਾਂ ਦਾ ਸਕਰੀਨ ਪਲੇ ਲਿਖਣ ਵਾਲੇ ਕੁਮਾਰ ਰਾਮਸੇ ਅਤੇ ਦਿੱਗਜ ਕਲਾਕਾਰ ਦਲੀਪ ਕੁਮਾਰ ਸਾਹਿਬ ਨੂੰ ਅਸੀਂ ਹਾਰਦਿਕ ਸ਼ਰਧਾਂਜਲੀ ਭੇਟ ਕਰਦੇ ਹਾਂ ਡੰਡੀ। ਇੱਕ ਮਿਸ ਕਾਲ ਦੇ ਕੇ ਸਪਾਈਵੇਅਰ ਨੂੰ ਟਾਰਗੇਟਡ ਸਮਾਰਟਫੋਨ ਵਿੱਚ ਸਥਾਪਿਤ ਕਰ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਸੰਬੰਧਿਤ ਵਿਅਕਤੀ ਦਾ ਪੂਰਾ ਡਾਟਾ, ਉਸ ਦੀ ਗੱਲਬਾਤ, ਉਹ ਕਿੱਥੇ ਆਉਂਦਾ ਜਾਂਦਾ ਹੈ ਆਦਿ ਦੀ ਜਾਸੂਸੀ ਕਰਨਾ ਆਸਾਨ ਹੋ ਸਕਦਾ ਹੈ, ਜਿਸ ਤੋਂ ਇਹ ਪਤਾ ਲੱਗ ਜਾਂਦਾ ਹੈ ਕਿ ਉਹ ਵਿਅਕਤੀ ਕਿਸ ਨਾਲ ਕਿੱਥੇ ਮੁਲਾਕਾਤ ਕਰ ਰਿਹਾ ਹੈ ਡੰਡੀ। ਇਸ ਲਈ ਇਸ ਸੰਦਰਭ ਵਿੱਚ ਇਲੈਕਟ੍ਰਾਨਿਕਸ ਅਤੇ ਇਨਫੋਰਮੇਸ਼ਨ ਟੈਕਨੋਲੋਜੀ ਮੰਤਰੀ ਅਸ਼ਵਨੀ ਵੈਸ਼ਨਵ, ਜੋ ਖੁਦ 2017 ਵਿੱਚ ਨਿਗਰਾਨੀ ਹੇਠ ਸਨ, ਦਾ ਲੋਕ ਸਭਾ ਵਿੱਚ ਦਿੱਤਾ ਬਿਆਨ ਸ਼ੱਕ ਨੂੰ ਘੱਟ ਕਰਨ ਦੀ ਥਾਂ ਹੋਰ ਵਧਾਉਂਦਾ ਹੈ ਡੰਡੀ। ਉਹਨਾਂ ਨੇ ਆਪਣੇ ਬਿਆਨ ਵਿੱਚ ਮੁੱਖ ਤੌਰ 'ਤੇ 2 ਗੱਲਾਂ 'ਤੇ ਜ਼ੋਰ ਦਿੱਤਾ। ਇੱਕ,
ਇਹ ਭਾਰਤੀ ਲੋਕਤੰਤਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ, ਕਿਉਂਕਿ ਇਸ ਤਰ੍ਹਾਂ ਦੇ ਦਾਅਵੇ ਅਤੀਤ ਵਿੱਚ ਝੂਠੇ ਸਾਬਤ ਹੋਏ ਹਨ। ਡੈਂਡੀ ਦੂਸਰਾ ਇਹ ਕਿ ਉਹ ਉਸੇ ਸਪਸ਼ਟੀਕਰਨ ਨੂੰ ਦੁਹਰਾਉਂਦੇ ਰਹੇ ਜੋ ਮੀਡੀਆ ਰਿਪੋਰਟਾਂ ਦੇ ਸਿਲਸਿਲੇ ਵਿੱਚ ਪੈਗਾਸਸ ਸਪਾਈਵੇਅਰ ਬਣਾਉਣ ਵਾਲੀ ਕੰਪਨੀ ਨੇ ਦਿੱਤਾ ਹੈ। ਡੈਂਡੀ ਦਰਅਸਲ ਵੈਸ਼ਨਵ ਨੇ ਸਿਰਫ ਇੰਨਾ ਹੀ ਦੱਸਣਾ ਸੀ ਕਿ ਭਾਰਤ ਸਰਕਾਰ ਨੇ ਪੈਗਾਸਸ ਸਪਾਈਵੇਅਰ ਖਰੀਦਿਆ ਹੈ ਜਾਂ ਨਹੀਂ, ਪਰ ਉਹਨਾਂ ਨੇ ਇਹ ਨਹੀਂ ਦੱਸਿਆ। ਡੈਂਡੀ ਨਾਲ ਹੀ ਲੋਕਤੰਤਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਵਰਗੀਆਂ ਗੱਲਾਂ ਕਿਸੇ ਸਵਾਲ ਦਾ ਜਵਾਬ ਨਹੀਂ ਹੁੰਦੀਆਂ, ਖਾਸ ਕਰਕੇ ਜਦੋਂ ਪੈਗਾਸਸ ਸਪਾਈਵੇਅਰ ਵੱਲੋਂ ਜਾਸੂਸੀ ਦੇ ਦੋਸ਼ ਲਗਭਗ 50 ਦੇਸ਼ਾਂ ਦੀਆਂ ਸਰਕਾਰਾਂ 'ਤੇ ਲੱਗੇ ਹੋਣ। ਡੈਂਡੀ ਫਿਰ ਜੇ ਕੋਈ ਦਾਅਵਾ ਅਤੀਤ ਵਿੱਚ ਝੂਠਾ ਸਾਬਤ ਹੋਇਆ ਹੋਵੇ ਤਾਂ ਇਹ ਇਸ ਗੱਲ ਦੀ ਜ਼ਮਾਨਤ ਨਹੀਂ ਹੈ ਕਿ ਮੌਜੂਦਾ ਜਾਂ ਭਵਿੱਖ ਵਿੱਚ ਵੀ ਅਜਿਹਾ ਦਾਅਵਾ ਹੀ ਝੂਠਾ ਸਾਬਤ ਹੋਵੇਗਾ। ਡੈਂਡੀ ਸੰਖੇਪ ਵਿੱਚ ਗੱਲ ਸਿਰਫ ਇੰਨੀ ਹੀ ਹੈ ਕਿ ਸਰਕਾਰ 2019 ਦੀ ਤਰ੍ਹਾਂ ਇਸ ਵਾਰ ਵੀ ਕੋਈ ਸਿੱਧਾ ਅਤੇ ਸਪਸ਼ਟ ਜਵਾਬ ਨਹੀਂ ਦੇ ਰਹੀ। ਡੈਂਡੀ ਧਿਆਨ ਦੇਣ ਵਾਲੀ ਗੱਲ ਹੈ ਕਿ ਪੈਗਾਸਸ ਸਪਾਈਵੇਅਰ ਬਣਾਉਣ ਵਾਲੀ ਇਜ਼ਰਾਈਲੀ ਕੰਪਨੀ NSO ਗਰੁੱਪ ਆਪਣਾ ਇਹ ਸਾਫਟਵੇਅਰ ਸਿਰਫ ਸਰਕਾਰਾਂ ਨੂੰ ਵੇਚਦੀ ਹੈ ਅਤੇ ਇਹ ਵੀ ਸਿਰਫ ਅੱਤਵਾਦੀ ਸਰਗਰਮੀਆਂ ਨੂੰ ਰੋਕਣ ਅਤੇ ਜਾਂਚ ਲਈ ਉਹਨਾਂ ਦੀ ਜਾਸੂਸੀ ਕਰਨ ਲਈ। ਡੈਂਡੀ ਇਸ ਦੀ ਵਰਤੋਂ ਕਰਨ ਲਈ ਇਜ਼ਰਾਈਲ ਦੇ ਰੱਖਿਆ ਮੰਤਰੀ ਦੀ ਮਨਜ਼ੂਰੀ ਲੈਣੀ ਹੁੰਦੀ ਹੈ, ਕਿਉਂਕਿ ਪੈਗਾਸਸ ਇੱਕ ਸਾਈਬਰ ਹਥਿਆਰ ਹੈ ਜਿਸ ਲਈ ਆਰਮਜ਼ ਐਕਸਪੋਰਟ ਲਾਇਸੈਂਸ ਦੀ ਜ਼ਰੂਰਤ ਹੁੰਦੀ ਹੈ। ਡੈਂਡੀ ਪਰ ਬਹੁਤ ਸਾਰੀਆਂ ਸਰਕਾਰਾਂ ਇਸ ਦੀ ਦੁਰਵਰਤੋਂ ਰਾਜਨੀਤਿਕ ਅਤੇ ਹੋਰ ਜਾਸੂਸੀ ਕਰਨ ਲਈ ਕਰਦੀਆਂ ਹਨ, ਜਿਸ ਦਾ ਸੰਭਾਵਿਤ ਰਾਸ਼ਟਰੀ ਸੁਰੱਖਿਆ ਜਾਂਚ ਨਾਲ ਕੋਈ ਸੰਬੰਧ ਨਹੀਂ ਹੁੰਦਾ। ਡੈਂਡੀ ਪਰ ਬਹੁਤ ਸਾਰੀਆਂ ਸਰਕਾਰਾਂ ਇਸ ਦੀ ਵਰਤੋਂ ਰਾਜਨੀਤਿਕ ਅਤੇ ਹੋਰ ਜਾਸੂਸੀ ਕਰਨ ਲਈ ਕਰਦੀਆਂ ਹਨ, ਜਿਸ ਦਾ ਸੰਭਾਵਿਤ ਰਾਸ਼ਟਰੀ ਸੁਰੱਖਿਆ ਜਾਂਚ ਨਾਲ ਕੋਈ ਸੰਬੰਧ ਨਹੀਂ ਹੁੰਦਾ। ਡੈਂਡੀ ਇਸ ਲਈ ਪੈਗਾਸਸ ਸਪਾਈਵੇਅਰ ਨੂੰ ਲੈ ਕੇ ਵਾਰ-ਵਾਰ ਗੰਭੀਰ ਸਵਾਲ ਉੱਠਦੇ ਹਨ। ਡੈਂਡੀ ਪੈਗਾਸਸ 2019 ਵਿੱਚ ਵੀ ਸੁਰਖੀਆਂ ਵਿੱਚ ਸੀ। ਡੈਂਡੀ ਪਰ ਇਸ ਵਾਰ ਇਹ ਵੱਡਾ ਮੁੱਦਾ ਬਣ ਕੇ ਉੱਭਰਿਆ ਹੈ। ਡੈਂਡੀ ਪਹਿਲਾਂ ਵਾਂਗ ਇਸ ਵਾਰ ਵੀ ਭਾਰਤ ਉਸ ਦੀ ਬਦਨਾਮ ਸੂਚੀ ਵਿੱਚ ਸ਼ਾਮਲ ਹੈ। ਡੈਂਡੀ ਭਾਰਤ ਸਰਕਾਰ ਦੀਆਂ ਏਜੰਸੀਆਂ ਨੇ ਪੈਗਾਸਸ ਨੂੰ ਖਰੀਦਿਆ ਅਤੇ ਵਰਤੋਂ ਕੀਤੀ ਜਾਂ ਨਹੀਂ, ਇਹ ਗੱਲ ਇੱਕ ਭਰੋਸੇਯੋਗ ਜਾਂਚ ਰਾਹੀਂ ਤੈਅ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਦਾਅ 'ਤੇ ਇੱਕ ਅਹਿਮ ਸਵਾਲ ਹੈ ਕਿ ਸਿਆਸਤਦਾਨਾਂ, ਪੱਤਰਕਾਰਾਂ, ਕਾਰਕੁਨਾਂ ਆਦਿ ਦੀ ਸਰਕਾਰੀ ਤੌਰ 'ਤੇ ਜਾਸੂਸੀ ਕੀਤੀ ਗਈ। ਪ੍ਰਸ਼ਨ ਚਿੰਨ੍ਹ ਸੰਤੁਸ਼ਟ ਕਰਨ ਵਾਲੇ ਜਵਾਬ ਦੀ ਗੈਰ ਮੌਜੂਦਗੀ ਵਿੱਚ ਇਹ ਸਵਾਲ ਲਗਾਤਾਰ ਉੱਠਦਾ ਰਹੇਗਾ। ਡੈਂਡੀ ਧਿਆਨ ਰਹੇ ਕਿ ਅਕਤੂਬਰ 2019 ਵਿੱਚ ਇਹ ਗੱਲ ਰੌਸ਼ਨੀ ਵਿੱਚ ਆਈ ਸੀ ਕਿ ਭੀਮਾ ਕੋਰੇਗਾਂਵ ਜਾਂਚ ਨਾਲ ਜੁੜੇ ਕਈ ਕਾਰਕੁਨਾਂ ਨੂੰ ਪੈਗਾਸਸ ਸਪਾਈਵੇਅਰ ਰਾਹੀਂ ਟਾਰਗੇਟ ਕੀਤਾ ਗਿਆ ਸੀ ਕਿ ਉਹਨਾਂ ਦੇ ਵਟਸਐਪ 'ਤੇ ਮਿਸ ਕਾਲ ਕੀਤੀ ਗਈ ਅਤੇ ਉਹਨਾਂ ਦੇ ਸਮਾਰਟਫੋਨ 'ਤੇ ਸਪਾਈਵੇਅਰ
ਸਥਾਪਿਤ ਕਰ ਦਿੱਤਾ ਗਿਆ। ਡੈਂਡੀ ਜਦੋਂ ਇਸ 'ਤੇ ਕਾਫੀ ਰੌਲਾ ਪਿਆ ਤਾਂ ਸਰਕਾਰ ਨੇ ਜਾਂਚ ਦਾ ਭਰੋਸਾ ਦਿੱਤਾ ਸੀ। ਡੈਂਡੀ ਉਸ ਜਾਂਚ ਦਾ ਕੀ ਹੋਇਆ ਕਿਸੇ ਨੂੰ ਕੁਝ ਪਤਾ ਨਹੀਂ। ਡੈਂਡੀ ਖੈਰ ਉਹ ਸਰਕਾਰਾਂ ਵੀ ਇਮਾਨਦਾਰ ਨਹੀਂ ਹਨ ਜੋ ਪੈਗਾਸਸ ਦੀ ਸੂਚੀ 'ਤੇ ਨਹੀਂ ਹਨ। ਡੈਂਡੀ ਤਕਨੀਕੀ ਤੌਰ 'ਤੇ ਵਿਕਸਿਤ ਦੇਸ਼ਾਂ ਕੋਲ ਜਾਸੂਸੀ ਕਰਨ ਲਈ ਕਈ ਸਾਫਟਵੇਅਰ ਯੰਤਰ ਹਨ। ਡੈਂਡੀ ਪਿਛਲੇ ਸਾਲ ਅਮਰੀਕਾ ਦੇ ਕੋਰਟ ਆਫ ਅਪੀਲਜ਼ ਨੇ ਕਿਹਾ ਕਿ ਉਸ ਦੀ ਕੌਮੀ ਸੁਰੱਖਿਆ ਏਜੰਸੀ ਨੇ ਜੋ ਵੱਡੀ ਗਿਣਤੀ ਵਿੱਚ ਘਰੇਲੂ ਫੋਨਾਂ ਨੂੰ ਨਿਗਰਾਨੀ ਹੇਠ 'ਤੇ ਰੱਖਿਆ ਉਹ ਅਮਲ ਅਤੇ ਗੈਰ ਸੰਵਿਧਾਨਕ ਸੀ। ਡੈਂਡੀ ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਅਕਤੂਬਰ 2019 ਵਿੱਚ ਵਟਸਐਪ ਨੇ NSO ਗਰੁੱਪ ਜਿਸ ਦਾ ਪੈਗਾਸਸ ਸਾਫਟਵੇਅਰ ਹੈ ਦੇ ਵਿਰੁੱਧ ਅਮਰੀਕਾ ਵਿੱਚ ਮੁਕੱਦਮਾ ਜਿੱਤਿਆ ਸੀ ਜਿਸ ਦਾ ਸਬੰਧ ਉਸ ਦੇ ਐਨਕ੍ਰਿਪਟਡ ਮੈਸੇਜਿੰਗ ਸੁਨੇਹੇ ਦੀ ਗੁਪਤਤਾ ਕਾਇਮ ਰੱਖਣ ਵਾਲੀ ਐਪ ਦੀ ਉਲੰਘਣਾ ਨਾਲ ਸੀ। ਡੈਂਡੀ ਇਸ ਤੋਂ ਉਲਟ ਮਾਈਕਰੋਸਾਫਟ ਨੇ ਐਲਾਨ ਕੀਤਾ ਹੈ ਕਿ ਉਸ ਨੇ ਆਪਣੇ ਉਤਪਾਦਾਂ ਵਿੱਚ ਉਸ ਮੈਲਵੇਅਰ ਵਿਰੁੱਧ ਸੁਰੱਖਿਆ ਕਵਚ ਵਿਕਸਿਤ ਕੀਤਾ ਹੈ ਜਿਸ ਨਾਲ ਪੱਤਰਕਾਰਾਂ ਅਤੇ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਡੈਂਡੀ ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਨਾਗਰਿਕਾਂ ਦੀ ਨਿੱਜਤਾ ਨੂੰ ਇਸ ਤਰ੍ਹਾਂ ਦੀ ਜਾਸੂਸੀ ਨਾਲ ਲੋਕਤੰਤਰ ਵਿੱਚ ਹੀ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਡੈਂਡੀ ਇਸ ਲਈ ਭਾਰਤ ਸਮੇਤ ਸਾਰੇ ਲੋਕਤੰਤਰਿਕ ਦੇਸ਼ਾਂ ਨੂੰ ਇਸ ਸਿਲਸਿਲੇ ਵਿੱਚ ਪਹਿਲ ਕਰਨੀ ਚਾਹੀਦੀ ਹੈ। ਡੈਂਡੀ ਲੋਕਤੰਤਰਿਕ ਦੇਸ਼ਾਂ ਨੂੰ ਮਿਲ ਕੇ ਪ੍ਰਾਈਵੇਟ ਸਪਾਈਵੇਅਰ ਦੀ ਵਰਤੋਂ 'ਤੇ ਪਾਬੰਦੀ ਲਗਾਉਣੀ ਚਾਹੀਦੀ ਹੈ। ਡੈਂਡੀ ਅਜਿਹਾ ਕਰਨ ਨਾਲ ਜਾਇਜ਼ ਸੁਰੱਖਿਆ ਜ਼ਰੂਰਤਾਂ ਨਾਲ ਸਮਝੌਤਾ ਨਹੀਂ ਹੋਵੇਗਾ ਸਿਰਫ ਸੱਤਾ ਦੀ ਸ਼ੱਕੀ ਦੁਰਵਰਤੋਂ ਤੋਂ ਸੁਰੱਖਿਅਤ ਰਹਿਣ ਦੇ ਰਸਤੇ ਨਿਕਲਣਗੇ। ਡੈਂਡੀ ਭਾਰਤ ਵਿੱਚ ਨਿੱਜੀ ਡਾਟਾ ਸੁਰੱਖਿਆ ਕਾਨੂੰਨ ਦੀ ਲੋੜ ਹੈ ਤਾਂ ਕਿ ਨਾਜਾਇਜ਼ ਘੁਸਪੈਠ ਤੋਂ ਕਾਨੂੰਨੀ ਸੁਰੱਖਿਆ ਮਿਲ ਸਕੇ। ਡੈਂਡੀ ਦਸੰਬਰ 2019 ਵਿੱਚ ਸੰਸਦ ਵਿੱਚ ਡਾਟਾ ਸੁਰੱਖਿਆ ਬਿੱਲ ਪੇਸ਼ ਕੀਤਾ ਗਿਆ ਸੀ ਜੋ ਅਜੇ ਤੱਕ ਵਿਚਾਰ ਅਧੀਨ ਹੈ। ਡੈਂਡੀ ਇਸ ਬਿੱਲ ਵਿਚਲੀਆਂ ਕਮੀਆਂ ਨੂੰ ਦੂਰ ਕਰਕੇ ਪਾਸ ਕਰਨ ਦੀ ਲੋੜ ਹੈ। ਡੈਂਡੀ ਜਿਉਂ ਹੀ ਸਵੇਰ ਹੁੰਦੀ ਹੈ ਅਖਬਾਰ ਦੇ ਵਰਕੇ ਦੇਖਦੇ ਹਾਂ ਤਾਂ ਜੁਰਮਾਂ 'ਤੇ ਨਜ਼ਰ ਜਾਂਦੇ ਹੀ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਉੱਭਰ ਆਉਂਦੀਆਂ ਹਨ। ਡੈਂਡੀ ਵੱਧਦੇ ਜੁਰਮਾਂ ਦੀ ਚਿੰਤਾ ਨਾਲ ਮਨੁੱਖ ਨੂੰ ਭਵਿੱਖ ਧੁੰਦਲਾ ਜਿਹਾ ਨਜ਼ਰ ਆਉਂਦਾ ਹੈ। ਡੈਂਡੀ ਇੱਕ ਥਾਂ ਪੜ੍ਹ ਰਿਹਾ ਸੀ ਕਿ ਇੱਕ ਸਿਆਣੇ ਨੂੰ ਕਿਸੇ ਨੇ ਕਿਹਾ ਕਿ ਭਰੂਣ ਹੱਤਿਆ ਬਹੁਤ ਵੱਧ ਰਹੀ ਹੈ ਤਾਂ ਸਿਆਣੇ ਨੇ ਉੱਤਰ ਦਿੱਤਾ ਕਿ ਪਹਿਲੋਂ ਸਾਡੇ ਵੇਲੇ ਅਣਚਾਹੀ ਲੜਕੀ ਜੰਮਣ 'ਤੇ ਗਲ ਘੁੱਟ ਕੇ ਮਾਰ ਦਿੰਦੇ ਸੀ ਤੇ ਹੁਣ ਜੰਮਣ ਤੋਂ ਪਹਿਲਾਂ ਹੀ ਮਾਰ ਦਿੰਦੇ ਹਨ। ਡੈਂਡੀ ਹੁਣ ਰੌਲਾ ਵਧੇਰੇ ਪੈਂਦਾ ਹੈ ਉਦੋਂ ਘੱਟ ਪੈਂਦਾ ਸੀ। ਡੈਂਡੀ ਪਰ ਇਸ ਤਰ੍ਹਾਂ ਦੀਆਂ ਦਲੀਲਾਂ ਨਾਲ ਸਮਾਜ ਵਿੱਚ ਹੁੰਦੇ ਗਲਤ ਕੰਮਾਂ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ। ਡੈਂਡੀ ਹਰ ਗਲਤ ਵਰਤਾਰੇ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਡੈਂਡੀ ਪਹਿਰਾ ਵਿਜੇ ਮਾਲਿਆ ਤੇ ਮੇਹੁਲ ਚੌਕਸੀ ਵਰਗੇ ਵੱਡੇ ਵਪਾਰੀ ਠੱਗੀਆਂ ਮਾਰ ਕੇ ਬੈਂਕਾਂ ਤੋਂ ਕਰੋੜਾਂ ਰੁਪਏ ਲੈਂਦੇ ਹਨ। ਡੈਂਡੀ ਪੈਸੇ ਫਜ਼ੂਲ ਖਰਚਿਆਂ 'ਤੇ ਉਡਾਉਂਦੇ ਹਨ। ਡੈਂਡੀ ਰਿਸ਼ਵਤ ਦੇ ਯੁੱਗ ਵਿੱਚ ਬਚਦੇ ਰਹਿੰਦੇ ਹਨ ਤੇ ਜਦੋਂ
ਫੜੇ ਜਾਣ ਦਾ ਖਤਰਾ ਪੈਦਾ ਹੁੰਦਾ ਹੈ ਤਾਂ ਦੇਸ਼ੋਂ ਭੱਜ ਜਾਂਦੇ ਹਨ। ਡੈਂਡੀ ਇਸ ਤਰ੍ਹਾਂ ਨਸ਼ੇ ਇਸਤੇਮਾਲ ਕਰਨ ਵਾਲੇ, ਵੇਚਣ ਵਾਲੇ ਅਤੇ ਤਸਕਰ ਕਿਸੇ ਵੱਖਰੀ ਦੁਨੀਆ ਵਿੱਚ ਕੰਮ ਕਰਦੇ ਹਨ ਅਤੇ ਲੱਖਾਂ ਘਰਾਂ ਦੇ ਭਵਿੱਖ ਅਤੇ ਖੁਸ਼ੀਆਂ ਤਬਾਹ ਕਰਦੇ ਹਨ। ਡੈਂਡੀ ਤੁਸੀਂ ਰੋਜ਼ ਸੁਣਦੇ ਅਤੇ ਪੜ੍ਹਦੇ ਹੋ ਕਿ ਖਾਸ ਕਰ ਪਿੰਡਾਂ ਵਿੱਚ ਕਿਸਾਨ ਕਰਜ਼ੇ ਨਾ ਅਦਾ ਕਰਨ ਦੀ ਮਜਬੂਰੀ ਵਜੋਂ ਪਰੇਸ਼ਾਨ ਹੋ ਜਾਂਦੇ ਹਨ ਅਤੇ ਸਭ ਪਾਸਿਓਂ ਲਾਚਾਰ ਹੋ ਕੇ ਖੁਦਕੁਸ਼ੀ ਕਰ ਲੈਂਦੇ ਹਨ ਅਤੇ ਪਰਿਵਾਰ ਦਾ ਭਵਿੱਖ ਵੀ ਕਾਲਾ ਕਰ ਦਿੰਦੇ ਹਨ। ਡੈਂਡੀ ਅੱਜ ਹੀ ਪੜ੍ਹ ਰਿਹਾ ਸੀ ਕਿ ਕੋਈ 370 ਦੇ ਕਰੀਬ ਲੋਕ ਭਾਰਤ ਵਿੱਚ ਰੋਜ਼ ਖੁਦਕੁਸ਼ੀ ਕਰਦੇ ਹਨ ਤਾਂ ਮਨ ਇੱਕਦਮ ਉਦਾਸ ਹੋ ਗਿਆ। ਡੈਂਡੀ ਕੁਝ ਲੋਕ ਇੰਨੇ ਅਵੇਸਲੇ ਅਤੇ ਬੇਪਰਵਾਹ ਹਨ ਕਿ ਮਾਂ ਬਾਪ ਦੇ ਮਿਹਨਤ ਨਾਲ ਕਮਾਏ ਪੈਸਿਆਂ ਨਾਲ ਸੁੱਖ ਸਹੂਲਤਾਂ ਵਿੱਚ ਪੈਸੇ ਉਜਾੜ ਦਿੰਦੇ ਹਨ, ਘਰ ਤਬਾਹ ਕਰ ਦਿੰਦੇ ਹਨ ਅਤੇ ਤੇਜ਼ ਰਫ਼ਤਾਰੀ ਡਰਾਈਵਿੰਗ ਨਾਲ ਕਈ ਲੋਕਾਂ ਦੀ ਜਾਨ ਲੈ ਲੈਂਦੇ ਹਨ, ਕਈਆਂ ਨੂੰ ਜ਼ਖਮੀ ਕਰ ਦਿੰਦੇ ਹਨ। ਮਨੁੱਖ ਸ਼ਾਂਤੀ ਭਾਲਦਾ ਹੈ ਪਰ ਜਦੋਂ ਉਸ ਦੀ ਔਲਾਦ ਪਤਾ ਹੀ ਨਹੀਂ ਲੱਗਣ ਦਿੰਦੀ ਕਿ ਉਹ ਕਿਸ ਨਾਲ ਸ਼ਾਦੀ ਕਰ ਰਹੇ ਹਨ ਅਤੇ ਸ਼ਾਦੀ ਕਰਕੇ ਜਾਣਗੇ ਕਿੱਥੇ ਅਤੇ ਖਾਣਗੇ ਕੀ, ਪ੍ਰਸ਼ਨ ਚਿੰਨ੍ਹ। ਮਾਤਾ ਪਿਤਾ ਸਮਾਜ ਨੂੰ ਮੂੰਹ ਨਹੀਂ ਦਿਖਾ ਸਕਦੇ। ਡੈਂਡੀ ਅਦਾਲਤਾਂ ਅਜਿਹੇ ਜੋੜਿਆਂ ਨੂੰ ਹਰ ਕਿਸਮ ਦੀ ਸੁਰੱਖਿਆ ਦਿੰਦੀਆਂ ਹਨ। ਡੈਂਡੀ ਆਖਰ ਇਹ ਬੱਚੇ ਮਾਂ ਬਾਪ ਨੂੰ ਕੀ ਸੁੱਖ ਦੇਣਗੇ, ਪ੍ਰਸ਼ਨ ਚਿੰਨ੍ਹ। ਮਾਂ ਬਾਪ ਦਾ ਭਵਿੱਖ ਕਿਵੇਂ ਸੁਰੱਖਿਅਤ ਰਹੇਗਾ, ਪ੍ਰਸ਼ਨ ਚਿੰਨ੍ਹ। ਅਜਿਹੇ ਬੜੇ ਹੀ ਪ੍ਰਸ਼ਨ ਪੈਦਾ ਹੋ ਰਹੇ ਹਨ ਅਤੇ ਅਨੇਕਾਂ ਲੋਕ ਇਹਨਾਂ ਪਰੇਸ਼ਾਨੀਆਂ ਵਿੱਚ ਡੁੱਬੇ ਰਹਿੰਦੇ ਹਨ। ਡੈਂਡੀ ਜੁਰਮਾਂ ਦੀ ਹਰ ਕਿਸਮ ਵੱਧ ਰਹੀ ਹੈ ਜਦ ਕਿ ਸਮਾਜ ਅਤੇ ਆਮ ਲੋਕ ਨਿਘਾਰ ਵੱਲ ਜਾ ਰਹੇ ਹਨ। ਡੈਂਡੀ ਅੱਜ ਅਜਿਹੀਆਂ ਉਦਾਹਰਨਾਂ ਸਾਹਮਣੇ ਹਨ ਕਿ ਪਿੰਡ ਵਿੱਚ ਕਈ ਥਾਂ ਘਰ ਦਾ ਕੋਈ ਵੀ ਜੀਅ ਨਸ਼ੇ ਦੀ ਪੁੜੀ ਇੰਝ ਦੇਣ ਜਾਂਦਾ ਹੈ ਜਿਵੇਂ ਅੱਗੇ ਲੋਕ ਘਰਾਂ ਵਿੱਚ ਦੁੱਧ ਸਬਜ਼ੀਆਂ ਦੇਣ ਜਾਂਦੇ ਸਨ। ਡੈਂਡੀ ਹੈਰਾਨੀ ਹੈ ਕਿ ਜੁਰਮ ਨਾਲ ਇੰਨਾ ਸਮਝੌਤਾ ਕਿਉਂ ਹੋ ਰਿਹਾ ਹੈ, ਪ੍ਰਸ਼ਨ ਚਿੰਨ੍ਹ। ਪੁਲਿਸ ਜਿਸ ਨੇ ਜੁਰਮ ਰੋਕਣੇ ਹਨ ਅਕਸਰ ਰਾਜਨੀਤਿਕਾਂ, ਧਨਾਢਾਂ ਅਤੇ ਆਪਣੇ ਉੱਚ ਅਧਿਕਾਰੀਆਂ ਦੇ ਇਸ਼ਾਰੇ 'ਤੇ ਅਤੇ ਲਾਲਚ ਵਿੱਚ ਕੁਝ ਵੀ ਕਰਨ ਨੂੰ ਤਿਆਰ ਰਹਿੰਦੀ ਹੈ। ਡੈਂਡੀ ਸਰਕਾਰੀ ਕੰਮਾਂ ਵਿੱਚ ਅਕਸਰ ਕਮਿਸ਼ਨ ਜਿਵੇਂ ਰਵਾਇਤ ਹੀ ਬਣ ਗਈ ਹੋਵੇ। ਡੈਂਡੀ ਅਸਲ 'ਚ ਰਿਸ਼ਵਤਖੋਰੀ, ਭਾਈ ਭਤੀਜਾਵਾਦ, ਮੁਨਾਫਾਖੋਰੀ, ਬਲੈਕਮੇਲਿੰਗ ਆਦਿ ਜੁਰਮ ਸਮਾਜ ਦੀਆਂ ਜੜ੍ਹਾਂ ਖੋਖਲੀਆਂ ਕਰ ਰਹੇ ਹਨ। ਡੈਂਡੀ ਕਹਿਣ ਨੂੰ ਭਾਰਤ ਇੱਕ ਜਮਹੂਰੀ ਦੇਸ਼ ਹੈ। ਡੈਂਡੀ ਚੋਣਾਂ ਵਿੱਚ ਜਿਸ ਢੰਗ ਨਾਲ ਵੋਟ ਖਰੀਦੇ ਜਾਂਦੇ ਹਨ, ਤੋਹਫ਼ੇ ਵੰਡੇ ਜਾਂਦੇ ਹਨ ਅਤੇ ਘਰਾਂ 'ਚ ਲਿਫਾਫੇ ਭੇਜੇ ਜਾਂਦੇ ਹਨ, ਇਹ ਕਿਸੇ ਤੋਂ ਛਿਪੀ ਗੱਲ ਨਹੀਂ ਹੈ। ਡੈਂਡੀ ਜੁਰਮਾਂ ਦੀ ਭਰਮਾਰ ਵਿੱਚ ਇੱਕ ਸ਼ਰੀਫ, ਪੜ੍ਹਿਆ ਲਿਖਿਆ, ਵਿਦਵਾਨ ਅਤੇ ਸੱਚਾ ਸੰਜੀਦਾ ਆਦਮੀ ਕਿੰਨੀ ਘੁਟਨ ਭਰੀ ਜ਼ਿੰਦਗੀ ਜੀ ਰਿਹਾ ਹੈ, ਇਸ ਦਾ ਅੰਦਾਜ਼ਾ ਲਗਾਉਣਾ ਔਖਾ ਹੈ। ਡੈਂਡੀ ਇਹਨਾਂ ਜੁਰਮਾਂ ਦੇ ਵਾਧੇ ਦੇ ਨਾਲ ਨਾਲ ਫਿਰਕਾਪ੍ਰਸਤੀ ਫੈਲਾਉਣ ਦੇ ਜੁਰਮ, ਜ਼ਮੀਨਾਂ ਹਥਿਆਉਣ ਦੇ ਜੁਰਮ, ਸਰਕਾਰੀ ਟੈਕਸਾਂ ਦੀ ਚੋਰੀ ਦੇ ਜੁਰਮ ਅਤੇ ਮੁਲਾਜ਼ਮਾਂ ਤੋਂ ਵੰਗਾਰਾਂ ਲੈਣ ਦੇ ਜੁਰਮ ਆਦਿ ਜ਼ਿੰਦਗੀ ਨੂੰ ਅੰਧਕਾਰਮਈ ਬਣਾ ਰਹੇ ਹਨ। ਡੈਂਡੀ ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਸਾਡਾ ਦੇਸ਼ ਜੋ ਧਰਮ ਨਿਰਪੱਖ
ਕਹਾਉਂਦਾ ਹੈ। ਗੁਰੂਆਂ ਪੀਰਾਂ, ਰਿਸ਼ੀਆਂ ਮੁਨੀਆਂ ਅਤੇ ਸਵਾਮੀ ਵਿਵੇਕਾਨੰਦ ਵਰਗੇ ਦੁਨੀਆ ਦੇ ਪ੍ਰਤਿਸ਼ਠ ਵਿਦਵਾਨਾਂ ਦੀ ਧਰਤੀ ਹੈ ਅਤੇ ਰਾਤ ਦਿਨ ਮੰਦਰ, ਗੁਰਦੁਆਰੇ, ਮਸੀਤਾਂ ਵਿੱਚ ਨੈਤਿਕਤਾ ਦਾ ਉਪਦੇਸ਼ ਦਿੰਦੇ ਹਨ। ਡੈਂਡੀ ਪਰ ਅਮਲੀ ਜੀਵਨ ਵਿੱਚ ਧਾਰਮਿਕ ਉਪਦੇਸ਼ ਧੁਰ ਆਤਮਾ ਤੱਕ ਨਹੀਂ ਪੁੱਜਦੇ, ਸਗੋਂ ਲੋਕ ਹਰ ਕਿਸਮ ਦੀ ਐਸ਼ੋ ਇਸ਼ਰਤ, ਸੁੱਖਾਂ, ਫੈਸ਼ਨਾਂ ਅਤੇ ਵਿਖਾਵਿਆਂ ਰਾਹੀਂ ਵਿਲਾਸੀ ਜੀਵਨ ਵੱਲ ਖਿੱਚੇ ਜਾ ਰਹੇ ਹਨ। ਡੈਂਡੀ ਇਸ ਜੀਵਨ ਤੋਂ ਪੂਜੇ ਜਾਂਦੇ ਬਾਬਾ ਰਾਮ ਰਹੀਮ, ਬਾਪੂ ਆਸਾ ਰਾਮ ਅਤੇ ਰਾਮਪਾਲ ਵੀ ਨਹੀਂ ਬਚੇ। ਡੈਂਡੀ ਬਸ ਜੋ ਕੁਝ ਬਚਿਆ ਹੈ ਇਹ ਤਿਣਕੇ ਦੇ ਸਹਾਰੇ ਵਾਂਗ ਹੈ। ਡੈਂਡੀ ਵੱਧਦੇ ਜੁਰਮਾਂ ਦੀ ਸਥਿਤੀ ਵੇਖਦਿਆਂ ਠੰਡੇ ਹੌਂਕੇ ਨਿਕਲਦੇ ਹਨ ਅਤੇ ਅਨੇਕਾਂ ਪ੍ਰਸ਼ਨ ਪੈਦਾ ਕਰਦੇ ਹਨ, ਜਿਸ ਵਿੱਚ ਇੱਕੋ ਆਸ਼ਾ ਦੀ ਕਿਰਨ ਨਜ਼ਰ ਆਉਂਦੀ ਹੈ। ਉਹ ਹੈ ਸਮਾਜ। ਸਮਾਜ ਵਿੱਚ ਹਰ ਕਿਸਮ ਦੇ ਲੋਕ ਹਨ। ਡੈਂਡੀ ਉਹਨਾਂ ਵਿੱਚ ਚੰਗੇ ਲੋਕ ਵੀ ਹਨ, ਜੇਕਰ ਥੋੜ੍ਹੇ ਜਿਹੇ ਲੋਕ ਜੋ ਸਮਾਜ ਨੂੰ ਅਗਵਾਈ ਦੇ ਸਕਦੇ ਹਨ ਆਪਣਾ ਫਰਜ਼ ਨਿਭਾਉਣ ਲਈ ਦ੍ਰਿੜ ਹੋਣ ਤਾਂ ਬਹੁਤ ਕੁਝ ਬਦਲ ਸਕਦਾ ਹੈ। ਡੈਂਡੀ ਇਸੇ ਤਰ੍ਹਾਂ ਸੂਬੇ, ਤਹਿਸੀਲਾਂ ਦੇ ਪਿੰਡ ਹਨ। ਡੈਂਡੀ ਜੇ ਪਿੰਡ ਦੇ ਕੁਝ ਜੁਰਤ ਵਾਲੇ ਸਿਆਣੇ ਵਿਗੜੇ ਲੋਕਾਂ ਦੇ ਵਿਰੁੱਧ ਖੜ੍ਹੇ ਹੋਣ ਅਤੇ ਉਹਨਾਂ ਨੂੰ ਸਮਝਾਉਣ ਦੀ ਜੁਰਤ ਕਰਨ ਤਾਂ ਨਸ਼ੇ ਵੀ ਘਟ ਸਕਦੇ ਹਨ। ਡੈਂਡੀ ਖੁਦਕੁਸ਼ੀਆਂ ਵੀ ਘਟ ਸਕਦੀਆਂ ਹਨ ਅਤੇ ਗਰੀਬਾਂ ਦੀ ਮਦਦ ਹੋ ਸਕਦੀ ਹੈ। ਡੈਂਡੀ ਜੇ ਅਸੀਂ ਕੁਝ ਬਚੇ ਹਾਂ ਤਾਂ ਉਹਨਾਂ ਲੋਕਾਂ ਕਾਰਨ ਜੋ ਆਪਣੇ ਫਰਜ਼ ਨਿਭਾਉਂਦੇ ਹਨ। ਡੈਂਡੀ ਅਜਿਹੇ ਲੋਕਾਂ ਨੂੰ ਸਮਾਜ ਸੰਭਾਲਦੇ ਇਹਨਾਂ ਦੀ ਮਦਦ ਕਰੇ, ਸੱਚ ਨਾਲ ਖੜ੍ਹੇ। ਡੈਂਡੀ ਤੁਸੀਂ ਸਭ ਰੋਜ਼ ਦੇਖਦੇ ਹੋ ਕਿੰਨੀਆਂ ਸਮਾਜਿਕ ਸੰਸਥਾਵਾਂ ਕਿੰਨੀ ਸੇਵਾ ਕਰ ਰਹੀਆਂ ਹਨ। ਡੈਂਡੀ ਇਹਨਾਂ ਕੋਵਿਡ ਦੇ ਦਿਨਾਂ ਵਿੱਚ ਲੱਖਾਂ ਲੋਕਾਂ ਨੇ ਆਕਸੀਜਨ ਦਾਨ ਕਰਕੇ, ਲੰਗਰ ਲਾ ਕੇ, ਹੋਰ ਲੋੜੀਂਦੀਆਂ ਸਹੂਲਤਾਂ ਦੇ ਕੇ ਇਸ ਮਹਾਂਮਾਰੀ 'ਤੇ ਕਾਬੂ ਪਾਇਆ ਹੈ ਅਤੇ ਅਮਰੀਕਾ ਵਰਗੇ ਦੇਸ਼ ਨੇ ਕਰੋੜਾਂ ਖੁਰਾਕਾਂ ਕਈ ਦੇਸ਼ਾਂ ਨੂੰ ਭੇਜੀਆਂ ਹਨ। ਡੈਂਡੀ ਹਰ ਮਹਿਕਮੇ ਵਿੱਚ ਚੰਗੇ ਲੋਕ ਹਨ। ਡੈਂਡੀ ਉਹਨਾਂ ਨੂੰ ਸਹਾਇਤਾ ਅਤੇ ਸਹਿਯੋਗ ਦੀ ਲੋੜ ਹੁੰਦੀ ਹੈ। ਡੈਂਡੀ ਨਹੀਂ ਤਾਂ ਉਹ ਇਕੱਲਤਾ ਅਤੇ ਅਸੁਰੱਖਿਅਤ ਮਹਿਸੂਸ ਕਰਦੇ ਹਨ। ਡੈਂਡੀ ਤੁਸੀਂ ਸਭ ਜਾਣਦੇ ਹੋ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀ ਮਹਾਤਮਾ ਗਾਂਧੀ ਅਤੇ ਉਹਨਾਂ ਦੇ ਸਾਥੀ ਸਾਡੇ ਮਹਾਨ ਗੁਰੂ ਸਮੇਂ ਦੀਆਂ ਸਰਕਾਰਾਂ ਨਾਲ ਕਿਵੇਂ ਜੂਝੇ। ਸੁਭਾਸ਼ ਚੰਦਰ ਬੋਸ ਦੀ ਘਾਲਣਾ 'ਤੇ ਨਜ਼ਰ ਮਾਰੋ। ਡੈਂਡੀ ਇਸ ਤਰ੍ਹਾਂ ਸਮਾਜ ਸੱਚੇ ਸੁੱਚੇ ਬੰਦਿਆਂ ਦੀ ਭਾਲ ਕਰੇ ਅਤੇ ਹੁੰਦੀਆਂ ਖੁਦਕੁਸ਼ੀਆਂ, ਭਰੂਣ ਹੱਤਿਆਵਾਂ ਅਤੇ ਜੁਰਮਾਂ 'ਤੇ ਕਾਬੂ ਪਾਉਣ ਲਈ ਮਾਹੌਲ ਬਣਾਇਆ ਜਾਏ ਅਤੇ ਸਮਾਜ ਸੱਚ 'ਤੇ ਮਗਰ ਖੜ੍ਹਾ ਹੋਵੇ। ਡੈਂਡੀ ਸੱਚ ਸਟਾਰਟ। ਬਰਸਾਤ ਦਾ ਮੌਸਮ ਜਿੱਥੇ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਉਂਦਾ ਹੈ, ਉੱਥੇ ਇਸ ਮੌਸਮ ਵਿੱਚ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਦਾ ਖਤਰਾ ਵੀ ਵੱਧ ਜਾਂਦਾ ਹੈ। ਡੰਡੀ ਆਓ ਜਾਣੀਏ ਇਸ ਮੌਸਮ ਵਿੱਚ ਹੋਣ ਵਾਲੀਆਂ ਬਿਮਾਰੀਆਂ, ਉਹਨਾਂ ਦੇ ਕਾਰਨ ਅਤੇ ਇਸ ਤੋਂ ਬਚਣ ਦਾ ਉਪਾਅ। ਡੰਡੀ ਪੈਰਾ। ਦੂਸ਼ਿਤ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ, ਇਸ ਵਿੱਚ ਮੁੱਖ ਤੌਰ 'ਤੇ ਡਾਇਰੀਆ ਅਤੇ
ਡੀਹਾਈਡਰੇਸ਼ਨ ਸ਼ਾਮਲ ਹਨ। ਡੰਡੀ ਦੂਸ਼ਿਤ ਪਾਣੀ ਨਾਲ ਉਲਟੀਆਂ ਅਤੇ ਦਸਤ ਸਰੀਰ ਵਿੱਚ ਪਾਣੀ ਦੀ ਘਾਟ ਪੈਦਾ ਕਰਦੇ ਹਨ ਤੇ ਸਰੀਰ ਕਮਜ਼ੋਰ ਹੋ ਜਾਂਦਾ ਹੈ। ਡੰਡੀ ਕਈ ਵਾਰ ਬਿਮਾਰੀ ਵਧਣ ਕਾਰਨ ਮੌਤ ਵੀ ਹੋ ਸਕਦੀ ਹੈ। ਡੰਡੀ ਸਾਵਧਾਨੀ ਬਰਸਾਤ ਦੇ ਦਿਨਾਂ ਵਿੱਚ ਪਾਣੀ ਹਮੇਸ਼ਾ ਉਬਾਲ ਕੇ ਠੰਡਾ ਕਰਕੇ ਪੀਓ। ਡੰਡੀ ਜੇਕਰ ਫਿਲਟਰ ਦੀ ਵਰਤੋਂ ਕਰਦੇ ਹੋ ਤਾਂ ਸਭ ਤੋਂ ਚੰਗਾ ਹੈ। ਡੰਡੀ ਬਾਹਰ ਦੀਆਂ ਖੁੱਲ੍ਹੇ ਵਿੱਚ ਰੱਖੀਆਂ ਅਤੇ ਤਲੀਆਂ ਭੁੱਜੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ। ਡੰਡੀ ਚਮੜੀ ਦੀਆਂ ਬਿਮਾਰੀਆਂ ਬਰਸਾਤ ਦੇ ਮੌਸਮ ਵਿੱਚ ਗਿੱਲੇ ਕੱਪੜੇ ਪਹਿਨਣ ਨਾਲ ਹਵਾ ਵਿੱਚ ਨਮੀ ਹੋਣ ਨਾਲ ਚਮੜੀ ਸੰਬੰਧੀ ਬਿਮਾਰੀਆਂ ਜਿਵੇਂ ਘੱਦਰ, ਖਾਜ, ਖੁਜਲੀ, ਲਾਲ ਦਾਗ, ਧੱਬੇ ਹੋ ਸਕਦੇ ਹਨ। ਡੰਡੀ ਕਈ ਵਾਰ ਕਿਸੇ ਕੀੜੇ ਦੇ ਕੱਟਣ ਨਾਲ ਵੀ ਅਲਰਜੀ ਹੋਣ ਲੱਗਦੀ ਹੈ। ਜਲਣ ਅਤੇ ਦਰਦ ਹੋਣ ਲੱਗਦਾ ਹੈ। ਜ਼ਿਆਦਾ ਖਾਰਸ਼ ਹੋਣ ਅਤੇ ਉਸ ਨੂੰ ਰਗੜਨ ਤੇ ਇਨਫੈਕਸ਼ਨ ਵੀ ਫੈਲ ਸਕਦੀ ਹੈ। ਡੰਡੀ ਇਸ ਤੋਂ ਇਲਾਵਾ ਪਾਣੀ ਵਿੱਚ ਬਹੁਤਾ ਸਮਾਂ ਰਹਿਣ ਕਰਕੇ ਵੀ ਪੈਰਾਂ ਦੀਆਂ ਉਂਗਲੀਆਂ ਵਿੱਚ ਫੰਗਸ ਉੱਲੀ ਜਮ੍ਹਾਂ ਹੋਣ ਲੱਗਦੀ ਹੈ। ਡੰਡੀ ਸਾਵਧਾਨੀਆਂ ਗਿੱਲੇ ਕੱਪੜੇ ਨਾਲ ਨਾ ਪਹਿਨੋ। ਜੇਕਰ ਪਾਣੀ ਵਿੱਚ ਭਿੱਜ ਗਏ ਹੋ ਤਾਂ ਤੁਰੰਤ ਸਰੀਰ ਨੂੰ ਪੂਰੀ ਤਰ੍ਹਾਂ ਸੁਕਾ ਕੇ ਸੁੱਕੇ ਕੱਪੜੇ ਪਹਿਨੋ। ਡੰਡੀ ਬਰਸਾਤ ਵਿੱਚ ਭਿੱਜਣ ਤੋਂ ਬਾਅਦ ਸਾਫ਼ ਪਾਣੀ ਨਾਲ ਜ਼ਰੂਰ ਨਹਾਓ। ਡੰਡੀ ਇਸ ਨਾਲ ਚਮੜੀ 'ਤੇ ਲੱਗੀ ਸਾਰੀ ਗੰਦਗੀ ਸਾਫ਼ ਹੋ ਜਾਵੇਗੀ। ਡੰਡੀ ਤੰਗ ਜੁੱਤੀ ਜਾਂ ਸੈਂਡਲ ਨਾ ਪਾਓ। ਡੰਡੀ ਚਮੜੀ ਸੰਬੰਧੀ ਤਕਲੀਫ ਵਧਣ 'ਤੇ ਤੁਰੰਤ ਡਾਕਟਰ ਦੀ ਸਲਾਹ ਲਓ। ਡੰਡੀ ਮਲੇਰੀਆ ਬਰਸਾਤ ਦੇ ਦਿਨਾਂ ਵਿੱਚ ਜਗ੍ਹਾ ਜਗ੍ਹਾ ਪਾਣੀ ਇਕੱਠਾ ਹੋਣ ਕਾਰਨ ਮੱਛਰ ਪੈਦਾ ਹੁੰਦੇ ਹਨ ਜਿਸ ਨਾਲ ਮਲੇਰੀਆ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਡੰਡੀ ਇਸ ਨਾਲ ਕੰਬਣੀ ਅਤੇ ਠੰਡ ਲੱਗਣ ਦੇ ਨਾਲ ਤੇਜ਼ ਬੁਖਾਰ ਹੁੰਦਾ ਹੈ। ਡੰਡੀ ਕੁਝ ਮਾਮਲਿਆਂ 'ਚ ਸਿਰ ਵੀ ਦਰਦ ਹੁੰਦਾ ਹੈ। ਡੰਡੀ ਸਾਵਧਾਨੀ ਘਰ ਦੇ ਨੇੜੇ ਤੇੜੇ ਬਰਸਾਤੀ ਪਾਣੀ ਇਕੱਠਾ ਨਾ ਹੋਣ ਦਿਓ। ਡੰਡੀ ਕੂਲਰ ਦਾ ਪਾਣੀ ਕੱਢ ਕੇ ਸਾਫ਼ ਕਰਕੇ ਰੱਖੋ। ਡੰਡੀ ਮੱਛਰਦਾਨੀ ਦੀ ਵਰਤੋਂ ਕਰੋ। ਡੰਡੀ ਮਾਹਿਰਾਂ ਦਾ ਕਹਿਣਾ ਹੈ ਕਿ ਬਹੁ ਮੰਜ਼ਲਾ ਇਮਾਰਤਾਂ ਵਿੱਚ ਉੱਪਰਲੇ ਕਮਰਿਆਂ 'ਚ ਰਹਿਣ ਵਾਲੇ ਵਿਅਕਤੀਆਂ ਦੇ ਬਿਮਾਰ ਹੋਣ ਦੀ ਸੰਭਾਵਨਾ 3 ਗੁਣਾ ਜ਼ਿਆਦਾ ਹੋ ਜਾਂਦੀ ਹੈ। ਡੰਡੀ ਇਸ ਦੇ ਅਨੁਸਾਰ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਉੱਚੀਆਂ ਇਮਾਰਤਾਂ ਦੇ ਨਿਰਮਾਣ ਦੇ ਚਾਰੇ ਪਾਸੇ ਲੋਹੇ ਦੀ ਜਾਲ ਦੀ ਵਰਤੋਂ ਹੁੰਦੀ ਹੈ। ਡੰਡੀ ਇਹਨਾਂ ਦੀਆਂ ਤਰੰਗਾਂ ਦਾ ਵਧੇਰੇ ਅਸਰ ਉਹਨਾਂ ਦੇ ਰਹਿਣ ਵਾਲਿਆਂ 'ਤੇ ਹੁੰਦਾ ਹੈ ਅਤੇ ਉਹਨਾਂ ਦੇ ਬਿਮਾਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਡੰਡੀ ਕਿਹਾ ਜਾਂਦਾ ਹੈ ਕਿ ਵਿਅਕਤੀ ਜਿੰਨਾ ਜ਼ਮੀਨ ਨਾਲ ਜੁੜਿਆ ਹੋਵੇਗਾ, ਜਿੰਨਾ ਕੁਦਰਤ ਦੇ ਨੇੜੇ ਹੋਵੇਗਾ, ਓਨਾ ਹੀ ਉਹ ਤੰਦਰੁਸਤ ਰਹੇਗਾ। ਡੰਡੀ ਬਿਜਲੀ ਦੇ ਆਧੁਨਿਕ ਉਪਕਰਨਾਂ ਜਿਵੇਂ ਮਾਈਕ੍ਰੋਵੇਵ ਅਤੇ ਸੈਲੂਲਰ ਫੋਨ ਨਾਲ ਪੈਦਾ ਹੋਣ ਵਾਲੀਆਂ ਤਰੰਗਾਂ ਅਣਜਾਣੇ ਵਿੱਚ ਮਾਨਸਿਕ ਅਸ਼ਾਂਤੀ ਅਤੇ ਚਿੜਚਿੜੇਪਨ ਤੋਂ ਲੈ ਕੇ ਦਿਮਾਗੀ ਕੈਂਸਰ ਤੱਕ ਪੈਦਾ ਕਰ ਸਕਦੇ ਹਨ। ਡੰਡੀ ਜੇ ਤੁਹਾਡੇ ਕਮਰੇ ਦੀਆਂ ਕੰਧਾਂ 'ਤੇ ਪਲਾਸਟਿਕ ਪੇਂਟ ਹੋਇਆ ਹੈ ਅਤੇ ਕਮਰੇ ਦੀ
ਫਰਸ਼ ਤੇ ਕਲੀਨ ਵਿਛਿਆ ਹੋਇਆ ਹੈ ਤਾਂ ਇਹ ਵੀ ਤੰਦਰੁਸਤੀ ਲਈ ਖਤਰਨਾਕ ਹੈ। ਡੰਡੀ ਦਿਲ ਦੀਆਂ ਬਿਮਾਰੀਆਂ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਮੋਟਾਪੇ 'ਚ ਆਸਾਨੀ ਨਾਲ ਹੁੰਦੀਆਂ ਹਨ। ਡੰਡੀ ਇਸ ਤੋਂ ਇਲਾਵਾ ਮੋਟੇ ਲੋਕਾਂ ਨੂੰ ਕੈਂਸਰ ਦਾ ਖਤਰਾ ਵੀ ਵੱਧ ਜਾਂਦਾ ਹੈ। ਡੰਡੀ ਖੋਜ ਮਾਹਿਰਾਂ ਅਨੁਸਾਰ ਗਰਭ ਅਵਸਥਾ ਦੌਰਾਨ ਕੈਂਸਰ 'ਚ ਮੋਟਾਪਾ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਡੰਡੀ ਪਤਲੀਆਂ ਔਰਤਾਂ ਦੇ ਮੁਕਾਬਲੇ ਮੋਟੀਆਂ ਔਰਤਾਂ ਨੂੰ ਇਸ ਕੈਂਸਰ ਦਾ ਖਤਰਾ 2 ਗੁਣਾ ਜ਼ਿਆਦਾ ਹੁੰਦਾ ਹੈ। ਡੰਡੀ ਖੋਜ ਮਾਹਿਰਾਂ ਨੇ ਆਪਣੇ ਅਧਿਐਨ 'ਚ ਇਹ ਵੀ ਦੇਖਿਆ ਕਿ ਮੋਟੇ ਲੋਕਾਂ ਨੂੰ ਕਿਡਨੀ ਦੇ ਕੈਂਸਰ ਦਾ ਖਤਰਾ ਵੀ 3 ਗੁਣਾ ਜ਼ਿਆਦਾ ਹੁੰਦਾ ਹੈ। ਡੰਡੀ ਮਾਹਿਰਾਂ ਅਨੁਸਾਰ ਮੋਟੇ ਲੋਕਾਂ ਵਿੱਚ ਟਿਊਮਰ ਦਾ ਸਮੇਂ ਸਿਰ ਪਤਾ ਲਗਾਉਣਾ ਮੁਸ਼ਕਲ ਹੁੰਦਾ ਹੈ। ਡੰਡੀ ਇਸ ਤੋਂ ਇਲਾਵਾ ਉਹਨਾਂ 'ਚ ਟਿਊਮਰ ਦੇ ਵਾਰ-ਵਾਰ ਹੋਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ ਅਤੇ ਅਜਿਹੇ ਰੋਗੀਆਂ ਦੇ ਕੀਮੋਥੈਰੇਪੀ ਵੀ ਸਹੀ ਅਸਰ ਨਹੀਂ ਕਰਦੀ, ਜਿਸ ਕਰਕੇ ਉਹਨਾਂ ਦੀ ਮੌਤ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਡੰਡੀ ਮਾਹਿਰਾਂ ਅਨੁਸਾਰ ਸਭ ਨੂੰ ਆਪਣੇ ਭਾਰ 'ਤੇ ਕਾਬੂ ਰੱਖਣਾ ਚਾਹੀਦਾ ਹੈ। ਡੰਡੀ ਇਸ ਦੇ ਲਈ ਜਿੰਨੀ ਕਸਰਤ ਤੁਸੀਂ ਕਰ ਸਕਦੇ ਹੋ ਕਰੋ। ਖੂਬ ਫਲ ਅਤੇ ਸਬਜ਼ੀਆਂ ਖਾਓ ਅਤੇ ਮਲਟੀਵਿਟਾਮਿਨ ਦੀ ਇਲਾਜ ਦੇ ਦੌਰਾਨ ਵਰਤੋਂ ਕਰੋ। ਡੰਡੀ ਭਾਰਾ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਲਜ਼ਾਈਮਰ ਅਤੇ ਤਣਾਅ ਵਿੱਚ ਡੂੰਘਾ ਸੰਬੰਧ ਹੈ। ਡੰਡੀ ਮਾਨਸਿਕ ਤਣਾਅ ਜਾਂ ਚਿੰਤਾ 'ਚ ਰਹਿਣ ਵਾਲਿਆਂ ਨੂੰ ਅਲਜ਼ਾਈਮਰ ਦਾ ਖਤਰਾ ਵਧੇਰੇ ਰਹਿੰਦਾ ਹੈ। ਡੰਡੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਚਿੰਤਾ, ਫਿਕਰ ਅਤੇ ਤਣਾਅ ਵਰਗੀਆਂ ਨਾਪੱਖੀ ਭਾਵਨਾਵਾਂ ਦੇ ਸ਼ਿਕਾਰ ਲੋਕਾਂ ਨੂੰ ਸਧਾਰਨ ਲੋਕਾਂ ਦੇ ਮੁਕਾਬਲੇ ਅਲਜ਼ਾਈਮਰ ਤੋਂ ਪੀੜਤ ਹੋਣ ਦਾ ਖਤਰਾ ਦੁੱਗਣਾ ਰਹਿੰਦਾ ਹੈ। ਡੰਡੀ ਮਾਹਿਰਾਂ ਨੇ 797 ਵਡੇਰੀ ਉਮਰ ਦੇ ਲੋਕਾਂ ਦੇ ਮਾਨਸਿਕ ਅਤੇ ਮਨੋਵਿਗਿਆਨਕ ਤਣਾਅ ਦੀ ਖੋਜ ਕੀਤੀ। ਡੰਡੀ ਕਰੀਬ 5 ਸਾਲ ਦੀ ਖੋਜ ਤੋਂ ਬਾਅਦ ਉਹਨਾਂ 'ਚੋਂ 140 ਅਲਜ਼ਾਈਮਰ ਦੇ ਸ਼ਿਕਾਰ ਪਾਏ ਗਏ। ਡੰਡੀ ਇਹਨਾਂ ਵਿੱਚੋਂ ਮਾਨਸਿਕ ਤਣਾਅ ਤੋਂ ਪੀੜਤ ਜਾਂ ਛੇਤੀ ਗੁੱਸੇ ਹੋਣ ਵਾਲਿਆਂ ਦੀ ਗਿਣਤੀ ਜ਼ਿਆਦਾ ਸੀ। ਡੰਡੀ ਵਾਤਾਵਰਣ ਪ੍ਰਦੂਸ਼ਣ ਨਾਲ ਕੈਂਸਰ ਤੋਂ ਪੀੜਤ ਹੋਣ ਦੀ ਸੰਭਾਵਨਾ ਰਹਿੰਦੀ ਹੈ। ਡੰਡੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਹਵਾ ਪ੍ਰਦੂਸ਼ਣ ਵਾਲੇ ਇਲਾਕਿਆਂ ਵਿੱਚ ਰਹਿਣ ਵਾਲਿਆਂ ਨੂੰ ਫੇਫੜੇ ਦੇ ਕੈਂਸਰ ਦਾ ਖਤਰਾ ਬਣਿਆ ਰਹਿੰਦਾ ਹੈ। ਡੰਡੀ ਪਿਛਲੇ 30 ਸਾਲਾਂ ਤੋਂ 16,000 ਤੋਂ ਵਧੇਰੇ ਲੋਕਾਂ 'ਤੇ ਖੋਜ ਕਰਕੇ ਵਿਗਿਆਨੀਆਂ ਨੇ ਸਿੱਟਾ ਕੱਢਿਆ ਹੈ ਕਿ ਜਿਸ ਇਲਾਕੇ ਵਿੱਚ ਹਵਾ ਪ੍ਰਦੂਸ਼ਣ ਵਧੇਰੇ ਹੈ ਉੱਥੇ ਰਹਿਣ ਵਾਲੇ ਲੋਕਾਂ ਨੂੰ ਫੇਫੜੇ ਦੇ ਕੈਂਸਰ ਦਾ ਖਤਰਾ ਜ਼ਿਆਦਾ ਹੁੰਦਾ ਹੈ। ਡੰਡੀ ਸ਼ੂਗਰ ਨੂੰ ਅੰਗਰੇਜ਼ੀ ਵਿੱਚ ਡਾਇਬਟੀਜ਼ ਕਹਿੰਦੇ ਹਨ। ਡੰਡੀ ਸ਼ੂਗਰ ਦਾ ਰੋਗੀ ਸਰੀਰਕ ਰੂਪ ਵਿੱਚ ਬੜੀ ਤੇਜ਼ੀ ਨਾਲ ਕਮਜ਼ੋਰ ਹੋਣ ਲੱਗਦਾ ਹੈ। ਡੰਡੀ ਮਦਰਾਸ ਸਥਿਤ ਇੱਕ ਡਾਇਬਟੀਜ਼ ਸਪੈਸ਼ਲਿਸਟ ਸੈਂਟਰ ਦੇ ਅਧਿਐਨ ਅਨੁਸਾਰ ਸਾਰੇ ਸ਼ੂਗਰ ਰੋਗੀਆਂ ਨੂੰ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਡੰਡੀ ਇਹ ਡਾਇਬੈਟਿਕ ਰੈਟੀਨੋਪੈਥੀ ਦੀ ਸ਼ੁਰੂਆਤੀ ਜਾਂਚ ਲਈ ਬਹੁਤ ਜ਼ਰੂਰੀ ਹੈ। ਡੰਡੀ ਜੇਕਰ ਇਸ ਦਾ ਪਤਾ ਸ਼ੁਰੂ ਵਿੱਚ ਹੀ ਲੱਗ ਜਾਵੇ ਤਾਂ ਇਲਾਜ ਸੰਭਵ ਹੈ, ਨਹੀਂ ਤਾਂ ਅੱਖਾਂ ਦੀ ਰੌਸ਼ਨੀ ਵੀ ਜਾ ਸਕਦੀ ਹੈ। ਡੰਡੀ ਸ਼ੂਗਰ ਦੇ ਮਾੜੇ ਪ੍ਰਭਾਵ
ਉਹਨਾਂ ਲੋਕਾਂ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੇ ਹਨ ਜਿਨ੍ਹਾਂ ਨੂੰ ਇਹ ਰੋਗ 10-15 ਸਾਲ ਤੋਂ ਹੈ। ਡੈਂਡੀ ਡਾਇਬਟਿਕ ਰੈਟੀਨੋਪੈਥੀ ਸ਼ੂਗਰ ਦੇ ਮਾੜੇ ਪ੍ਰਭਾਵ ਦਾ ਹੀ ਨਾਂ ਹੈ। ਡੈਂਡੀ ਇਸ ਵਿੱਚ ਰੋਗੀ ਦੀ ਅੱਖ ਦਾ ਪਿਛਲਾ ਹਿੱਸਾ ਪ੍ਰਭਾਵਿਤ ਹੁੰਦਾ ਹੈ। ਡੈਂਡੀ ਇਸ ਹਿੱਸੇ ਵਿੱਚ ਬਹੁਤ ਸਾਰੀਆਂ ਖੂਨ ਨਾੜੀਆਂ ਉੱਭਰ ਆਉਂਦੀਆਂ ਹਨ। ਡੈਂਡੀ ਅਜਿਹਾ ਉਹਨਾਂ ਨੂੰ ਆਕਸੀਜਨ ਦੀ ਪੂਰੀ ਮਾਤਰਾ ਨਾ ਮਿਲਣ ਕਰਕੇ ਹੁੰਦਾ ਹੈ। ਡੈਂਡੀ ਇਹ ਸਥਿਤੀ ਖੂਨ ਵਿੱਚ ਸ਼ੱਕਰ ਦੇ ਕਾਰਨ ਪੈਦਾ ਹੁੰਦੀ ਹੈ। ਡੈਂਡੀ ਰੋਗੀ ਦੇ ਰੈਟੀਨਾ 'ਚ ਪਾਣੀ ਜਾਂ ਖੂਨ ਦਾ ਵਗਣਾ ਡਾਇਬਟਿਕ ਰੈਟੀਨੋਪੈਥੀ ਦਾ ਹੀ ਇੱਕ ਲੱਛਣ ਹੁੰਦਾ ਹੈ। ਡੈਂਡੀ ਰੈਟੀਨੋਪੈਥੀ ਵਿੱਚ ਸਭ ਤੋਂ ਵਧੇਰੇ ਖਤਰਾ ਇਹ ਰਹਿੰਦਾ ਹੈ ਕਿ ਇਹ ਬਗੈਰ ਕਿਸੇ ਲੱਛਣ ਦੇ ਪੈਦਾ ਹੋ ਜਾਂਦੀ ਹੈ। ਡੈਂਡੀ ਇਸ ਦੀ ਜਾਂਚ ਸਧਾਰਨ ਅੱਖਾਂ ਦੀ ਜਾਂਚ ਦੁਆਰਾ ਨਹੀਂ ਹੋ ਸਕਦੀ। ਡੈਂਡੀ ਇਸ ਬਿਮਾਰੀ ਦੇ ਸ਼ੁਰੂ ਹੁੰਦੇ ਹੀ ਅਚਾਨਕ ਅੱਖਾਂ ਵਿੱਚੋਂ ਖੂਨ ਸਿੰਮਣਾ ਸ਼ੁਰੂ ਹੋ ਜਾਂਦਾ ਹੈ ਅਤੇ ਅੱਖਾਂ ਦੀ ਰੌਸ਼ਨੀ ਘੱਟ ਹੋਣ ਲੱਗਦੀ ਹੈ। ਡੈਂਡੀ ਇਸ ਸਥਿਤੀ 'ਚ ਇਹ ਅਨੁਮਾਨ ਲਗਾਉਣਾ ਮੁਸ਼ਕਲ ਹੁੰਦਾ ਹੈ ਕਿ ਰੈਟੀਨੋਪੈਥੀ ਦਾ ਸ਼ੁਰੂ ਵਿੱਚ ਹੀ ਪਤਾ ਲਗਾ ਕੇ ਉਸ ਨੂੰ ਆਸਾਨੀ ਨਾਲ ਠੀਕ ਕੀਤਾ ਜਾ ਸਕਦਾ ਹੈ, ਨਹੀਂ ਤਾਂ ਇਸ ਦਾ ਇਲਾਜ ਮੁਸ਼ਕਲ ਅਤੇ ਲੰਬਾ ਹੋ ਜਾਂਦਾ ਹੈ। ਡੈਂਡੀ ਪੈਰਾ ਹਰੀ ਮਿਰਚ ਵਿੱਚ ਵਿਟਾਮਿਨ ਏ ਅਤੇ ਸੀ ਪਾਇਆ ਜਾਂਦਾ ਹੈ। ਡੈਂਡੀ ਹਰੀ ਮਿਰਚ ਨੂੰ ਪੀਹ ਕੇ ਦਾਲ, ਕੜੀ, ਸਬਜ਼ੀ, ਸਾਂਬਰ ਆਦਿ ਵਿੱਚ ਵਰਤਿਆ ਜਾਂਦਾ ਹੈ। ਡੈਂਡੀ ਹਰੀ ਮਿਰਚ ਦੀਆਂ ਪਕੌੜੀਆਂ ਵੀ ਵੇਸਣ ਵਿੱਚ ਮਿਲਾ ਕੇ ਵਰਤੀਆਂ ਜਾ ਸਕਦੀਆਂ ਹਨ। ਡੈਂਡੀ ਇਸ ਦੀਆਂ ਪਕੌੜੀ ਖਾਣ ਨਾਲ ਜ਼ੁਕਾਮ ਦੂਰ ਹੋ ਜਾਂਦਾ ਹੈ। ਡੈਂਡੀ ਚਟਨੀ ਅਤੇ ਰਾਇਤਾ ਵੀ ਹਰੀ ਮਿਰਚ ਨਾਲ ਬਣਦਾ ਹੈ। ਡੈਂਡੀ ਇਹ ਖਾਣ ਵਿੱਚ ਬਹੁਤ ਹੀ ਸਵਾਦੀ ਹੁੰਦਾ ਹੈ। ਡੈਂਡੀ ਇਸ ਦਾ ਅਚਾਰ ਵੀ ਬਣਾਇਆ ਜਾਂਦਾ ਹੈ। ਡੈਂਡੀ ਅਜੀਰਨ ਅਤੇ ਪੇਟ ਦੇ ਕੀੜੇ ਵੀ ਨਸ਼ਟ ਕਰਦਾ ਹੈ। ਡੈਂਡੀ ਇਹਨਾਂ ਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ। ਡੈਂਡੀ ਕਾਲੀ ਮਿਰਚ ਗਰਮ ਹੁੰਦੀ ਹੈ। ਡੈਂਡੀ ਰੋਜ਼ਾਨਾ ਮਸਾਲਿਆਂ ਵਿੱਚ ਇਸ ਦੀ ਵਰਤੋਂ ਹੁੰਦੀ ਹੈ। ਡੈਂਡੀ ਇਹ ਕੌੜੀ ਹੁੰਦੀ ਹੈ ਅਤੇ ਸਰੀਰ 'ਚ ਗਰਮੀ ਵੀ ਪੈਦਾ ਕਰਦੀ ਹੈ। ਡੈਂਡੀ ਸਟਾਰਟ ਇੱਕ ਪੁਰਾਣੀ ਪਰੰਪਰਾ ਹੈ ਮਿੱਟੀ ਦੇ ਭਾਂਡਿਆਂ ਵਿੱਚ ਬਣਿਆ ਭੋਜਨ। ਡੈਂਡੀ ਮਿੱਟੀ ਦੇ ਭਾਂਡਿਆਂ ਵਿੱਚ ਭੋਜਨ ਬਣਾਉਣਾ ਅੱਜ ਇਸ ਲਈ ਸੰਭਵ ਨਹੀਂ ਹੈ ਕਿਉਂਕਿ ਇਸ ਲਈ ਸਾਨੂੰ ਜਿੰਨਾ ਸਮਾਂ ਚਾਹੀਦਾ ਹੈ, ਜਿੰਨਾ ਹੌਸਲਾ ਚਾਹੀਦਾ ਹੈ, ਜਿੰਨੀ ਊਰਜਾ ਚਾਹੀਦੀ ਹੈ ਅਤੇ ਜਿੰਨੀ ਬੇਫਿਕਰੀ ਚਾਹੀਦੀ ਹੈ, ਉਹ ਸਭ ਇਸ ਇੱਕ ਪਲ ਦੇ ਹਿਸਾਬ ਕਿਤਾਬ ਵਾਲੇ ਸਮੇਂ ਵਿੱਚ ਸੰਭਵ ਨਹੀਂ ਹੈ। ਡੈਂਡੀ ਜੇਕਰ ਸਰੀਰ ਲਈ ਫਾਇਦੇ ਅਤੇ ਨੁਕਸਾਨ ਦੇ ਨਜ਼ਰੀਏ ਤੋਂ ਦੇਖੀਏ ਤਾਂ ਮਿੱਟੀ ਦੇ ਭਾਂਡਿਆਂ ਵਿੱਚ ਤਿਆਰ ਭੋਜਨ ਸਾਡੀ ਸਿਹਤ ਲਈ ਬਹੁਤ ਅਨੁਕੂਲ ਹੈ। ਡੈਂਡੀ ਇਹੀ ਕਾਰਨ ਹੈ ਕਿ ਅੱਜ ਕੱਲ੍ਹ ਸਾਰੇ ਵੱਡੇ 5-7 ਸਿਤਾਰਾ ਹੋਟਲਾਂ ਵਿੱਚ ਮਿੱਟੀ ਦੇ ਭਾਂਡਿਆਂ ਵਿੱਚ ਬਣਿਆ ਭੋਜਨ ਬਹੁਤ ਖਾਸ ਮੰਨਿਆ ਜਾਂਦਾ ਹੈ। ਡੈਂਡੀ ਮਿੱਟੀ ਦੇ ਭਾਂਡਿਆਂ ਵਿੱਚ ਬਣਿਆ ਭੋਜਨ ਮਹਿਜ਼ ਬਹੁਤ ਭੋਜਨ ਨਹੀਂ ਹੁੰਦਾ, ਇਹ ਸਾਡੀ ਸਿਹਤ ਲਈ ਵੀ ਹਰ ਤਰ੍ਹਾਂ ਦੇ ਇਲਾਜ ਵਾਲੇ ਤੱਤਾਂ ਨਾਲ
ਭਰਪੂਰ ਹੁੰਦਾ ਹੈ। ਡੈਂਡੀ ਜਿਵੇਂ ਮਿੱਟੀ ਦੇ ਭਾਂਡਿਆਂ ਵਿੱਚ ਬਣੇ ਭੋਜਨ ਵਿੱਚ ਲੋਹਾ, ਫਾਸਫੋਰਸ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ। ਡੈਂਡੀ ਮਿੱਟੀ ਦੇ ਭਾਂਡਿਆਂ ਵਿੱਚ ਕਿਉਂਕਿ ਛੋਟੇ ਛੋਟੇ ਛੇਕ ਹੁੰਦੇ ਹਨ, ਜਿਸ ਵਿੱਚ ਬਣਨ ਵਾਲੇ ਭੋਜਨ ਨੂੰ ਅੱਗ ਅਤੇ ਨਮੀ ਹਰ ਤਰ੍ਹਾਂ ਨਾਲ ਮਿਲਦੀ ਰਹਿੰਦੀ ਹੈ। ਡੈਂਡੀ ਇਸੇ ਕਾਰਨ ਭੋਜਨ ਵਿੱਚ ਪੌਸ਼ਕ ਤੱਤ ਮੌਜੂਦ ਰਹਿੰਦੇ ਹਨ। ਡੈਂਡੀ ਮਿੱਟੀ ਦੇ ਭਾਂਡਿਆਂ ਵਿੱਚ ਬਣੇ ਭੋਜਨ ਵਿੱਚ ਬਿਨਾਂ ਕਿਸੇ ਡਾਕਟਰੀ ਸਲਾਹ ਦੇ ਤੇਲ ਜਾਂ ਚਿਕਨਾਈ ਬਹੁਤ ਘੱਟ ਹੁੰਦੀ ਹੈ। ਡੈਂਡੀ ਮਿੱਟੀ ਦੇ ਭਾਂਡੇ ਵਿੱਚ ਬਣੇ ਭੋਜਨ ਹੋਰਨਾਂ ਭੋਜਨਾਂ ਦੇ ਮੁਕਾਬਲੇ ਕਈ ਗੁਣਾ ਵਧੇਰੇ ਪੌਸ਼ਟਿਕ ਹੁੰਦੇ ਹਨ। ਇਸ ਲਈ ਇਸ ਨੂੰ ਖਾਣ ਨਾਲ ਬਦਹਜ਼ਮੀ ਅਤੇ ਗੈਸ ਦੀ ਸਮੱਸਿਆ ਹਮੇਸ਼ਾ ਲਈ ਦੂਰ ਹੋ ਜਾਂਦੀ ਹੈ। ਡੈਂਡੀ ਜਿਨ੍ਹਾਂ ਲੋਕਾਂ ਨੂੰ ਕਬਜ਼ ਰਹਿੰਦੀ ਹੈ, ਉਹਨਾਂ ਨੂੰ ਮਿੱਟੀ ਦੇ ਭਾਂਡਿਆਂ ਵਿੱਚ ਬਣਿਆ ਭੋਜਨ ਖਾਣ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ। ਡੈਂਡੀ ਮਿੱਟੀ ਦੇ ਭਾਂਡੇ ਵਿੱਚ ਬਣੇ ਭੋਜਨ ਵਿੱਚ pH ਵੈਲਿਊ ਕਾਇਮ ਰਹਿੰਦੀ ਹੈ। ਡੈਂਡੀ ਪੈਰਾ ਮਿੱਟੀ ਦਾ ਭਾਂਡਾ ਜਦੋਂ ਵੀ ਖਰੀਦੋ, ਪਹਿਲਾਂ ਤਾਂ ਉਸ ਨੂੰ ਚੰਗੀ ਤਰ੍ਹਾਂ ਧੋ ਲਓ ਅਤੇ ਫਿਰ ਘੱਟੋ ਘੱਟ 2-3 ਦਿਨ ਉਸ ਵਿੱਚ ਪਾਣੀ ਭਰ ਕੇ ਰੱਖੋ। ਡੈਂਡੀ ਫਿਰ ਜਦੋਂ ਸੁੱਕ ਜਾਏ ਤਾਂ ਫਿਰ ਉਸ ਵਿੱਚ 2-3 ਦਿਨ ਤੱਕ ਤੇਲ ਭਰ ਕੇ ਰੱਖੀਏ ਤਾਂ ਇਸ ਨਾਲ ਮਿੱਟੀ ਦੇ ਭਾਂਡੇ ਸਖਤ ਹੋ ਜਾਂਦੇ ਹਨ ਅਤੇ ਇਸ ਵਿੱਚ ਮੌਜੂਦ ਕਈ ਕਿਸਮ ਦੇ ਛੋਟੇ ਛੋਟੇ ਛੇਕ ਭਰ ਜਾਂਦੇ ਹਨ, ਜਿਸ ਨਾਲ ਉਸ ਵਿੱਚੋਂ ਕਿਸੇ ਕਿਸਮ ਦਾ ਰਸਾ ਨਹੀਂ ਹੁੰਦਾ। ਡੈਂਡੀ ਪਰ ਧਿਆਨ ਦੇਣ ਵਾਲੀ ਗੱਲ ਇੱਕ ਹੋਰ ਵੀ ਹੈ ਕਿ ਜਦੋਂ 2-3 ਦਿਨ ਤੱਕ ਪਾਣੀ ਭਰ ਕੇ ਰੱਖਣ ਤੋਂ ਬਾਅਦ ਮਿੱਟੀ ਦੇ ਭਾਂਡੇ ਨੂੰ ਸੁਕਾਓ ਅਤੇ ਉਸ ਵਿੱਚ ਉੱਪਰ ਤੱਕ ਸਰੋਂ ਦਾ ਤੇਲ ਜਾਂ ਕੋਈ ਖਾਣ ਵਾਲਾ ਤੇਲ ਭਰ ਲਓ ਤਾਂ ਫਿਰ ਉਸ ਨੂੰ ਘੱਟੋ ਘੱਟ 2-3 ਘੰਟਿਆਂ ਤੱਕ ਚੁੱਲ੍ਹੇ 'ਤੇ ਮੱਠੀ ਅੱਗ 'ਤੇ ਰੱਖ ਦਿਓ। ਡੈਂਡੀ ਇਸ ਨਾਲ ਕਮਜ਼ੋਰ ਤੋਂ ਕਮਜ਼ੋਰ ਮਿੱਟੀ ਦਾ ਭਾਂਡਾ ਵੀ ਮਜ਼ਬੂਤ ਹੋ ਜਾਂਦਾ ਹੈ। ਡੈਂਡੀ ਜਦੋਂ ਵੀ ਮਿੱਟੀ ਦੇ ਭਾਂਡੇ ਵਿੱਚ ਭੋਜਨ ਬਣਾਉਣਾ ਹੋਵੇ ਤਾਂ ਭੋਜਨ ਬਣਾਉਣ ਤੋਂ ਕੁਝ ਦੇਰ ਪਹਿਲਾਂ ਹੀ ਉਸ ਨੂੰ ਇਸ ਤਰ੍ਹਾਂ ਪਾਣੀ ਵਿੱਚ ਡੁਬੋ ਕੇ ਰੱਖੋ। ਡੈਂਡੀ ਮਿੱਟੀ ਦੇ ਭਾਂਡੇ ਨੂੰ ਕਦੇ ਵੀ ਕਾਸਟਿਕ ਸੋਡੇ ਵਾਲੇ ਜਾਂ ਕਿਸੇ ਵੀ ਰਸਾਇਣ ਵਾਲੇ ਸਾਬਣ ਨਾਲ ਨਾ ਧੋਵੋ। ਉਂਝ ਤਾਂ ਸਿਰਫ ਗਰਮ ਪਾਣੀ ਨਾਲ ਹੀ ਧੋਣਾ ਇਸ ਲਈ ਕਾਫੀ ਹੁੰਦਾ ਹੈ, ਪਰ ਗਰਮ ਪਾਣੀ ਤੋਂ ਇਲਾਵਾ ਜੇ ਕਿਸੇ ਹੋਰ ਚੀਜ਼ ਨਾਲ ਧੋਣਾ ਚਾਹੁੰਦੇ ਹੋ ਤਾਂ ਥੋੜ੍ਹਾ ਜਿਹਾ ਵੇਸਣ ਪਾ ਕੇ ਧੋ ਲਓ। ਡੈਂਡੀ ਇਸ ਵਿੱਚ ਨਿੰਬੂ ਵੀ ਨਿਚੋੜ ਲਓ। ਡੈਂਡੀ ਪਲਾਸਟਿਕ ਦੀ ਬਜਾਏ ਨਾਰੀਅਲ ਦੀਆਂ ਜਟਾਂ ਨਾਲ ਇਸ ਨੂੰ ਸਾਫ਼ ਕਰੋ। ਡੈਂਡੀ ਤੁਹਾਡਾ ਮਿੱਟੀ ਦਾ ਭਾਂਡਾ ਨਾ ਸਿਰਫ ਚਮਕ ਜਾਏਗਾ ਸਗੋਂ ਹੋਰ ਮਜ਼ਬੂਤ ਵੀ ਹੋ ਜਾਏਗਾ। ਡੈਂਡੀ ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਆਦਮੀ ਇੰਨਾ ਰੁੱਝਿਆ ਹੋਇਆ ਹੈ ਕਿ ਉਸ ਨੂੰ ਹੱਸਣ ਤੱਕ ਦੀ ਫੁਰਸਤ ਨਹੀਂ ਹੈ। ਡੈਂਡੀ ਪਰ ਨਾ ਹੱਸਣਾ ਵੀ ਜ਼ਿੰਦਗੀ ਵਿੱਚ ਪਰੇਸ਼ਾਨੀ ਦਾ ਸਬੱਬ ਬਣ ਸਕਦਾ ਹੈ। ਡੈਂਡੀ ਸਿਹਤ ਮਾਹਿਰਾਂ ਅਨੁਸਾਰ ਹੱਸਣਾ ਸਿਹਤ ਲਈ ਬਹੁਤ ਲਾਭਦਾਇਕ ਹੈ ਅਤੇ ਇਹ ਇੱਕ ਚੰਗੇ ਟਾਨਿਕ ਦਾ ਕੰਮ ਕਰਦਾ ਹੈ। ਡੈਂਡੀ ਹੱਸਣ ਨਾਲ ਸਰੀਰ ਵਿੱਚ ਕੁਝ ਅਜਿਹੇ ਹਾਰਮੋਨਜ਼ ਵਧੇਰੇ ਤੇਜ਼ੀ ਨਾਲ ਬਣਨ ਲੱਗਦੇ ਹਨ ਜੋ ਸਿਹਤ ਲਈ ਬਹੁਤ ਫਾਇਦੇਮੰਦ ਹਨ। ਡੈਂਡੀ ਵੈਸੇ ਨਾਮੀ
ਇਹ ਹਾਰਮੋਨ ਸਾਡੇ ਸਰੀਰ ਵਿੱਚ ਆਮ ਤੌਰ 'ਤੇ ਬਣਦੇ ਰਹਿੰਦੇ ਹਨ, ਪਰ ਹੱਸਣ ਨਾਲ ਇਹ ਹਾਰਮੋਨਸ ਜ਼ਿਆਦਾ ਮਾਤਰਾ ਵਿੱਚ ਬਣਨ ਲੱਗਦੇ ਹਨ। ਡੰਡੀ ਹੱਸਣ ਨਾਲ ਸਰੀਰ ਦੀ ਕਸਰਤ ਹੁੰਦੀ ਹੈ, ਜਿਸ ਨਾਲ ਸਰੀਰ ਅਤੇ ਦਿਮਾਗ ਦੋਵੇਂ ਤੰਦਰੁਸਤ ਰਹਿੰਦੇ ਹਨ। ਡੰਡੀ ਇਹੀ ਕਾਰਨ ਹੈ ਕਿ ਅੱਜ ਕੱਲ੍ਹ ਦੁਨੀਆ ਭਰ 'ਚ ਅਨੇਕਾਂ ਥਾਵਾਂ 'ਤੇ ਹੱਸਣ ਵਾਲੇ ਭਾਵ ਲਾਫਿੰਗ ਕਲੱਬ ਵੀ ਖੁੱਲ੍ਹਦੇ ਜਾ ਰਹੇ ਹਨ। ਡੰਡੀ ਖੁੱਲ੍ਹ ਕੇ ਹੱਸਣ ਨਾਲ ਵਿਅਕਤੀ ਦੇ ਖੂਨ ਦੀ ਸੰਚਾਰ ਦੀ ਗਤੀ ਵੱਧ ਜਾਂਦੀ ਹੈ ਅਤੇ ਪਾਚਨ ਤੰਤਰ ਵਧੇਰੇ ਕੁਸ਼ਲਤਾ ਨਾਲ ਕੰਮ ਕਰਨ ਲੱਗਦਾ ਹੈ। ਡੰਡੀ ਹੱਸਣ ਨਾਲ ਆਕਸੀਜਨ ਦਾ ਪ੍ਰਵਾਹ ਵਧੇਰੇ ਮਾਤਰਾ ਵਿੱਚ ਹੁੰਦਾ ਹੈ ਅਤੇ ਦੂਸ਼ਿਤ ਹਵਾ ਸਰੀਰ ਵਿੱਚੋਂ ਬਾਹਰ ਨਿਕਲ ਜਾਂਦੀ ਹੈ। ਡੰਡੀ ਹੱਸਣ ਨਾਲ ਪੇਟ ਦੇ ਕਈ ਹਿੱਸਿਆਂ ਦੀ ਹਲਕੀ ਮਾਲਿਸ਼ ਵੀ ਹੋ ਜਾਂਦੀ ਹੈ ਅਤੇ ਪਾਚਨ ਕਿਰਿਆ ਵੀ ਠੀਕ ਹੋ ਜਾਂਦੀ ਹੈ। ਡੰਡੀ ਹੱਸਣ ਨਾਲ ਸਿਰ ਦਰਦ ਅਤੇ ਵੱਧ ਖੂਨ ਦਬਾਅ ਵਰਗੇ ਅਨੇਕਾਂ ਰੋਗਾਂ ਤੋਂ ਪੀੜਤ ਵਿਅਕਤੀ ਨੂੰ ਰਾਹਤ ਮਿਲਦੀ ਹੈ। ਡੰਡੀ ਹੱਸਣ ਨਾਲ ਫੇਫੜੇ ਵੀ ਮਜ਼ਬੂਤ ਹੁੰਦੇ ਹਨ ਅਤੇ ਸਾਹ ਕਿਰਿਆ ਵੀ ਠੀਕ ਹੋ ਜਾਂਦੀ ਹੈ। ਡੰਡੀ ਹੱਸਣ ਨਾਲ ਥਕਾਵਟ, ਮਾਨਸਿਕ ਤਣਾਅ ਅਤੇ ਸਰੀਰਕ ਦਰਦ ਵਿੱਚ ਵੀ ਕਮੀ ਆਉਂਦੀ ਹੈ। ਡੰਡੀ ਪਸੀਨਾ ਵੀ ਵਧੇਰੇ ਨਿਕਲਦਾ ਹੈ, ਜਿਸ ਕਰਕੇ ਸਰੀਰ ਵਿੱਚੋਂ ਜ਼ਹਿਰੀਲੇ ਤੱਤ ਆਸਾਨੀ ਨਾਲ ਬਾਹਰ ਨਿਕਲ ਜਾਂਦੇ ਹਨ। ਡੰਡੀ ਠਹਾਕਾ ਮਾਰ ਕੇ ਹੱਸਣ ਨਾਲ ਕੇਵਲ ਸਰੀਰ ਆਪਣਾ ਕੰਮ ਸੁਚਾਰੂ ਢੰਗ ਨਾਲ ਕਰਦਾ ਹੈ, ਸਗੋਂ ਮਹੱਤਵਪੂਰਨ ਅੰਗ ਜਿਵੇਂ ਫੇਫੜੇ, ਦਿਲ, ਪੇਟ ਆਦਿ ਵੀ ਸੁਚੇਤ ਹੋ ਕੇ ਆਪਣਾ ਕੰਮ ਠੀਕ ਢੰਗ ਨਾਲ ਕਰਨ ਲੱਗਦੇ ਹਨ। ਡੰਡੀ ਪਹਿਰਾ ਸਹੀ ਅਰਥਾਂ 'ਚ ਦੇਖਿਆ ਜਾਵੇ ਤਾਂ ਹੱਸਣ ਹਸਾਉਣ ਦੀ ਪ੍ਰਕਿਰਿਆ ਨਾਲ ਮਨੁੱਖੀ ਸਰੀਰ ਦੀ ਰੋਗ ਰੋਕੂ ਪ੍ਰਣਾਲੀ ਨੂੰ ਵੀ ਮਜ਼ਬੂਤੀ ਮਿਲਦੀ ਹੈ, ਜਿਸ ਨਾਲ ਸਰੀਰ ਵਿੱਚ ਰੋਗਾਂ ਨੂੰ ਰੋਕਣ ਦੀ ਸ਼ਕਤੀ ਵੱਧਦੀ ਹੈ। ਡੰਡੀ ਹਾਸ ਰਸ ਵਾਤਾਵਰਣ ਵਿੱਚ ਰਹਿਣ ਨਾਲ ਚਿੰਤਾਵਾਂ ਦੂਰ ਹੁੰਦੀਆਂ ਹਨ ਅਤੇ ਡਰ ਖਤਮ ਹੁੰਦਾ ਹੈ, ਭਾਵ ਗੁੱਸੇ ਦੀ ਭਾਵਨਾ ਵੀ ਖਤਮ ਹੋ ਜਾਂਦੀ ਹੈ। ਡੰਡੀ ਅਜਿਹਾ ਦੇਖਿਆ ਗਿਆ ਹੈ ਕਿ ਹੱਸਮੁਖ ਵਿਅਕਤੀ ਸਿਹਤਮੰਦ ਹੁੰਦਾ ਹੈ ਅਤੇ ਗੰਭੀਰ ਤੋਂ ਗੰਭੀਰ ਕੰਮਾਂ ਨੂੰ ਵੀ ਆਸਾਨੀ ਨਾਲ ਕਰਦਾ ਹੈ। ਡੰਡੀ ਜ਼ਿਆਦਾ ਹੱਸਣਾ ਸਰੀਰ ਦੀ ਅੰਦਰੂਨੀ ਕਸਰਤ ਹੈ। ਡੰਡੀ ਅੱਜ ਕੱਲ੍ਹ ਤਣਾਅ ਭਰਪੂਰ ਜੀਵਨ ਵਿੱਚ ਹੱਸਣਾ ਸਿਹਤ ਲਈ ਅੰਮ੍ਰਿਤ ਦੇ ਬਰਾਬਰ ਹੈ, ਕਿਉਂਕਿ ਜਿਸ ਨੂੰ ਹਾਸਾ ਮਿਲ ਗਿਆ ਸਮਝੋ ਦੌਲਤ ਮਿਲ ਗਈ। ਡੰਡੀ ਹੱਸਣਾ ਇੱਕ ਅਦਭੁਤ ਕਲਾ ਹੈ ਜੋ ਜੀਵਨ ਵਿੱਚ ਮਨੁੱਖ ਲਈ ਸਾਰਥਿਕ ਅਤੇ ਉਪਯੋਗੀ ਹੈ। ਡੰਡੀ ਜਿੱਥੋਂ ਤੱਕ ਹੋ ਸਕੇ ਖੁਦ ਤਾਂ ਹੱਸੋ ਹੀ, ਸਗੋਂ ਦੂਸਰਿਆਂ ਨੂੰ ਹਸਾਉਣ ਦੀ ਵੀ ਹਰ ਸੰਭਵ ਕੋਸ਼ਿਸ਼ ਕਰੋ। ਡੰਡੀ ਭੁੱਖ ਲੱਗਣ 'ਤੇ ਹੀ ਖਾਓ। ਚੁਸਤੀ ਫੁਰਤੀ ਲਈ ਭੋਜਨ ਉਦੋਂ ਹੀ ਕਰੋ ਜਦੋਂ ਤੁਹਾਨੂੰ ਭੁੱਖ ਮਹਿਸੂਸ ਹੋਵੇ। ਡੰਡੀ ਭੁੱਖ ਨਾ ਮਹਿਸੂਸ ਹੋਣ 'ਤੇ ਜ਼ਬਰਦਸਤੀ ਭੋਜਨ ਨਾ ਕਰੋ। ਡੰਡੀ ਇਸ ਨਾਲ ਸਰੀਰ ਆਲਸੀ ਹੁੰਦਾ ਹੈ ਅਤੇ ਪੇਟ ਖਰਾਬ ਹੁੰਦਾ ਹੈ। ਡੰਡੀ ਹਾਂ ਭੁੱਖ ਲੱਗਣ 'ਤੇ ਨਾ ਖਾਣ ਨਾਲ ਸਰੀਰ ਨੂੰ ਨੁਕਸਾਨ ਹੁੰਦਾ ਹੈ। ਡੰਡੀ ਵਧੇਰੇ ਪਾਣੀ ਪੀਓ। ਸਰੀਰ ਦੀ ਚੁਸਤੀ ਫੁਰਤੀ ਲਈ ਦਿਨ ਵਿੱਚ ਸਾਫ਼ ਪਾਣੀ ਦੇ 10-12 ਗਿਲਾਸ ਪੀਓ, ਜੋ ਸਰੀਰ ਦੀ ਸਫਾਈ ਅਤੇ ਪਾਚਨ ਕਿਰਿਆ ਲਈ ਜ਼ਰੂਰੀ ਹੈ। ਡੰਡੀ ਇਹ ਵੀ ਧਿਆਨ ਰੱਖੋ ਕਿ ਗੰਦਾ ਪਾਣੀ ਸਿਹਤ ਲਈ ਨੁਕਸਾਨਦਾਇਕ ਹੁੰਦਾ ਹੈ। ਡੰਡੀ
ਸਵੇਰੇ ਜਲਦੀ ਉੱਠੋ। ਖੁਦ ਨੂੰ ਚੁਸਤ ਬਣਾਈ ਰੱਖਣ ਲਈ ਸਵੇਰੇ 6 ਵਜੇ ਤੱਕ ਉੱਠ ਕੇ ਜ਼ਰੂਰੀ ਕੰਮਾਂ ਤੋਂ ਵਿਹਲੇ ਹੋ ਜਾਣਾ ਚਾਹੀਦਾ ਹੈ। ਡੰਡੀ ਇਸ ਨਾਲ ਸਾਰਾ ਦਿਨ ਸਰੀਰ ਖੁਸ਼ ਅਤੇ ਤੰਦਰੁਸਤ ਰਹਿੰਦਾ ਹੈ। ਡੰਡੀ ਜਾਗ ਨਾ ਆਉਣ 'ਤੇ ਅੰਗੜਾਈ ਲੈਂਦਿਆਂ ਉੱਠੋ। ਡੰਡੀ ਇਸ ਨਾਲ ਖੂਨ ਦਾ ਵਹਾਅ ਸਹੀ ਰਹਿੰਦਾ ਹੈ, ਨੀਂਦ ਭਜਾਉਣ ਵਿੱਚ ਮਦਦ ਮਿਲਦੀ ਹੈ ਅਤੇ ਸਰੀਰ ਲਚਕੀਲਾ ਬਣਦਾ ਹੈ। ਡੰਡੀ ਖੁੱਲ੍ਹ ਕੇ ਹੱਸੋ। ਥੋੜ੍ਹੀ ਜਿਹੀ ਖੁਸ਼ੀ ਹੋਣ 'ਤੇ ਵੀ ਖੁੱਲ੍ਹ ਕੇ ਹੱਸੋ, ਜਿਵੇਂ ਤੁਸੀਂ ਹੱਸਣ ਦਾ ਬਹਾਨਾ ਲੱਭ ਰਹੇ ਹੋਵੋ। ਡੰਡੀ ਖੁੱਲ੍ਹ ਕੇ ਹੱਸਣ ਨਾਲ ਖੂਨ ਦਾ ਦਬਾਅ ਘੱਟ ਹੁੰਦਾ ਹੈ, ਖੂਨ ਸੰਚਾਰ ਵੱਧਦਾ ਹੈ ਅਤੇ ਪਾਚਨ ਕਿਰਿਆ ਠੀਕ ਰਹਿੰਦੀ ਹੈ। ਡੰਡੀ ਹੱਸਣ ਨਾਲ ਕਈ ਬਿਮਾਰੀਆਂ 'ਤੇ ਕਾਬੂ ਪੈਂਦਾ ਹੈ, ਕਿਉਂਕਿ ਹੱਸਣ ਨਾਲ ਅਜਿਹੀ ਹਾਰਮੋਨਸ ਪੈਦਾ ਹੁੰਦੇ ਹਨ ਜੋ ਸਰੀਰ ਨੂੰ ਚੁਸਤ ਰੱਖਦੇ ਹਨ। ਡੰਡੀ ਹੱਸਣ ਲਈ ਪੁਰਾਣੀਆਂ ਚੰਗੀਆਂ ਯਾਦਾਂ ਨੂੰ ਤਾਜ਼ਾ ਕਰੋ। ਚੁਟਕਲੇ ਪੜ੍ਹੋ। ਬੱਚਿਆਂ ਦੀਆਂ ਪਿਆਰੀਆਂ ਸ਼ਰਾਰਤ ਭਰੀਆਂ ਹਰਕਤਾਂ ਵੱਲ ਧਿਆਨ ਦਿਓ। ਭਾਵੇਂ ਹੌਲੀ ਹੌਲੀ ਜਾਂ ਜ਼ੋਰ ਨਾਲ ਹੱਸੋ, ਪਰ ਹੱਸੋ ਜ਼ਰੂਰ। ਡੰਡੀ ਕਾਮੇਡੀ ਫਿਲਮ ਦੇਖ ਕੇ ਜਾਂ ਕਾਮੇਡੀ ਸੀਰੀਅਲ ਦੇਖ ਕੇ ਵੀ ਹੱਸ ਸਕਦੇ ਹੋ। ਡੰਡੀ ਰੋਣਾ ਵੀ ਜ਼ਰੂਰੀ। ਤਣਾਅ ਘੱਟ ਕਰਨ ਲਈ ਰੋਣਾ ਵੀ ਇੱਕ ਚੰਗੀ ਕਸਰਤ ਹੈ। ਡੰਡੀ ਰੋਣਾ ਇੱਕ ਅਜਿਹੀ ਕਿਰਿਆ ਹੈ ਜੋ ਤੁਹਾਡੀਆਂ ਭਾਵਨਾਵਾਂ ਨੂੰ ਦਰਸਾਉਂਦਾ ਹੈ ਅਤੇ ਬਾਹਰ ਕੱਢਦਾ ਹੈ। ਡੰਡੀ ਅੱਥਰੂਆਂ ਨੂੰ ਕਦੇ ਰੋਕੋ ਨਾ, ਸਗੋਂ ਵਹਿਣ ਦਿਓ। ਡੰਡੀ ਰੋਣ ਤੋਂ ਬਾਅਦ ਤੁਸੀਂ ਖੁਦ ਨੂੰ ਹਲਕਾ ਮਹਿਸੂਸ ਕਰੋਗੇ। ਡੰਡੀ ਸੰਗੀਤ ਸੁਣੋ ਅਤੇ ਨੱਚੋ। ਆਪਣੀ ਪਸੰਦ ਦਾ ਸੰਗੀਤ ਸੁਣ ਕੇ ਤੁਸੀਂ ਤਣਾਅ ਘੱਟ ਕਰ ਸਕਦੇ ਹੋ। ਡੰਡੀ ਜ਼ਿਆਦਾ ਥਕਾਵਟ ਹੋਣ 'ਤੇ ਹਲਕਾ ਸੰਗੀਤ ਥਕਾਵਟ ਦੂਰ ਕਰਦਾ ਹੈ। ਡੰਡੀ ਸੰਗੀਤ ਸੁਣਨ ਨਾਲ ਨੀਂਦ ਵੀ ਚੰਗੀ ਆਉਂਦੀ ਹੈ। ਡੰਡੀ ਸੰਗੀਤ ਦੇ ਨਾਲ ਨਾਲ ਤੁਹਾਡਾ ਮਨ ਨੱਚਣ ਨੂੰ ਕਰੇ ਤਾਂ ਉਸ ਭਾਵਨਾ ਨੂੰ ਰੋਕੋ ਨਾ। ਡੰਡੀ ਆਨੰਦ ਉਠਾਓ। ਡੰਡੀ ਨੱਚਣਾ ਕਸਰਤ ਦਾ ਇੱਕ ਸਰਲ ਅਤੇ ਉੱਤਮ ਤਰੀਕਾ ਹੈ। ਡੰਡੀ ਇਸ ਨਾਲ ਪਾਚਨ ਕਿਰਿਆ ਬਿਹਤਰ ਹੁੰਦੀ ਹੈ, ਮਨ ਖੁਸ਼ ਰਹਿੰਦਾ ਹੈ ਅਤੇ ਵਾਧੂ ਚਰਬੀ ਘੱਟ ਹੁੰਦੀ ਹੈ। ਡੰਡੀ ਮਾਲਿਸ਼ ਕਰਨੀ ਵੀ ਜ਼ਰੂਰੀ। ਮਾਲਿਸ਼ ਖੁਦ ਕਰੋ ਜਾਂ ਦੂਜਿਆਂ ਤੋਂ ਕਰਵਾਓ। ਡੰਡੀ ਅਜਿਹਾ ਕਰਨ ਨਾਲ ਸਰੀਰ ਵਿੱਚ ਚੁਸਤੀ ਆਉਂਦੀ ਹੈ, ਤਣਾਅ ਘਟਦਾ ਹੈ, ਥਕਾਵਟ ਦੂਰ ਹੁੰਦੀ ਹੈ, ਦਰਦ ਘੱਟ ਹੁੰਦਾ ਹੈ, ਚਮੜੀ ਚਮਕਦਾਰ ਬਣਦੀ ਹੈ ਅਤੇ ਪਾਚਨ ਕਿਰਿਆ ਠੀਕ ਰਹਿੰਦੀ ਹੈ। ਡੰਡੀ ਮਾਲਿਸ਼ ਨਾਲ ਸੰਤੋਖ ਮਿਲਦਾ ਹੈ ਅਤੇ ਨੀਂਦ ਵੀ ਚੰਗੀ ਆਉਂਦੀ ਹੈ। ਡੰਡੀ ਠੰਡ ਦੇ ਮੌਸਮ ਵਿੱਚ ਤੇਲ ਕੋਸਾ ਪਾਓ। ਨਵੀਂ ਪੀੜ੍ਹੀ ਦੇ ਵਿਚਾਰਾਂ ਨੂੰ ਸੁਣੋ। ਦੋਸਤਾਂ ਦੇ ਨਾਲ ਸਮਾਂ ਕੱਢ ਕੇ ਕਿਤੇ ਘੁੰਮਣ ਜਾਓ, ਫਿਲਮ ਦੇਖੋ ਜਾਂ ਸ਼ਾਪਿੰਗ ਕਰੋ। ਡੰਡੀ ਇਸ ਤਰ੍ਹਾਂ ਉਹਨਾਂ ਨਾਲ ਸਮਾਂ ਗੁਜ਼ਾਰਨ ਨਾਲ ਤੁਸੀਂ ਖੁਦ ਨੂੰ ਵੀ ਜਵਾਨ ਮਹਿਸੂਸ ਕਰੋਗੇ। ਡੰਡੀ ਬੱਚਿਆਂ ਵਰਗੀਆਂ ਹਰਕਤਾਂ ਕਰੋ। ਕਦੇ ਕਦੇ ਬੱਚਿਆਂ ਵਰਗੀਆਂ ਹਰਕਤਾਂ ਕਰੋ। ਕਦੇ ਕਦੇ ਆਪਣੀ ਗੱਲ ਬੱਚਿਆਂ ਵਾਂਗ ਮਨਵਾਓ। ਡੰਡੀ ਬੱਚਿਆਂ ਨਾਲ ਗੇਂਦ ਫੜਨ, ਫੜਾਉਣ ਅਤੇ ਲੁਕਣ ਮੀਚੀ ਵੀ ਖੇਡ ਸਕਦੇ ਹੋ। ਡੰਡੀ ਬੱਚਿਆਂ ਵਰਗੀਆਂ ਹਰਕਤਾਂ ਕਰਨ ਨੂੰ ਧਿਆਨ ਨਾਲ ਦੇਖੋ। ਡੰਡੀ ਟੈਟਨਸ ਇੱਕ ਬਹੁਤ ਪੁਰਾਣਾ ਰੋਗ ਹੈ ਜੋ ਇੱਕ ਸੂਖਮ ਬੈਕਟੀਰੀਆ ਸਲੋਸੀਟੋਡੀਅਮ ਟੈਟੈਨੀ ਦੀ ਇਨਫੈਕਸ਼ਨ ਨਾਲ ਹੁੰਦਾ ਹੈ। ਡੰਡੀ ਇਸ ਕੀਟਾਣੂ ਦੇ ਬੀਜ ਜਦੋਂ ਜ਼ਖਮ ਜਾਂ ਖਰੋਚ 'ਚ ਜਾਂਦੇ ਹਨ ਤਾਂ ਇਹ ਬਿਮਾਰੀ ਲੱਗ ਜਾਂਦੀ ਹੈ। ਡੰਡੀ ਇਹ ਬੀਜਾਣੂ ਸੜਕ, ਖੇਤ
ਘਰ ਆਦਿ ਦੀ ਮਿੱਟੀ 'ਚ ਮਿਲੇ ਹੁੰਦੇ ਹਨ ਅਤੇ ਧੂੜ ਮਿੱਟੀ 'ਚ ਉੱਡ ਕੇ ਜ਼ਖਮ 'ਤੇ ਲੱਗ ਜਾਂਦੇ ਹਨ। ਡੰਡੀ ਜ਼ਖਮ 'ਤੇ ਮਿੱਟੀ ਜਾਂ ਧੂੜ ਪੈਣ ਨਾਲ ਸੜ ਜਾਣ ਜਾਂ ਜੰਗਾਲ ਲੱਗਾ, ਕਿੱਲ, ਚਾਕੂ ਆਦਿ ਲੱਗ ਜਾਣ ਨਾਲ ਟੈਟਨਸ ਦੇ ਕੀਟਾਣੂ ਸਰੀਰ 'ਚ ਪਹੁੰਚ ਜਾਂਦੇ ਹਨ ਅਤੇ ਤੇਜ਼ੀ ਨਾਲ ਵਧਣ ਲੱਗਦੇ ਹਨ। ਡੰਡੀ ਟੈਟਨਸ ਰੋਗ ਹੁੰਦਿਆਂ ਹੀ ਰੋਗੀ ਦੇ ਮੂੰਹ ਦਾ ਜਬਾੜਾ ਬੰਦ ਹੋਣ ਲੱਗਦਾ ਹੈ, ਸਰੀਰ 'ਚ ਅਕੜਾਅ ਆਉਣ ਲੱਗਦਾ ਹੈ ਅਤੇ ਥੋੜ੍ਹੀ ਜਿਹੀ ਉਤੇਜਨਾ ਹੋਣ 'ਤੇ ਦਿਮਾਗ ਨੂੰ ਝਟਕੇ ਲੱਗਣ ਲੱਗਦੇ ਹਨ। ਡੰਡੀ ਰੋਗੀ ਦੇ ਹੱਥ, ਪੈਰ, ਪੇਟ ਅਤੇ ਗਰਦਨ ਆਦਿ ਅੰਗਾਂ ਵਿੱਚ ਅਕੜਾਅ ਆਉਣ ਲੱਗਦਾ ਹੈ, ਜਿਸ ਕਰਕੇ ਛਾਤੀ ਦੀਆਂ ਮਾਸਪੇਸ਼ੀਆਂ ਕੰਮ ਕਰਨਾ ਬੰਦ ਕਰ ਸਕਦੀਆਂ ਹਨ ਅਤੇ ਸਾਹ ਲੈਣ ਵਿੱਚ ਤਕਲੀਫ ਹੋਣ ਲੱਗਦੀ ਹੈ। ਡੰਡੀ ਕਿਸੇ ਵੀ ਉਮਰ ਵਿੱਚ ਸੱਟ ਲੱਗਣ 'ਤੇ ਪੈਨ ਨਾਲ ਦੰਦ ਖੁਰਚਣ 'ਤੇ ਇੱਕ ਹੀ ਟੀਕੇ ਨਾਲ ਕਈ ਰੋਗੀਆਂ ਦੇ ਸਰੀਰ 'ਚ ਟੀਕਾ ਲਾਉਣ ਨਾਲ, ਗੰਦੇ ਔਜ਼ਾਰ ਨਾਲ ਦੰਦ ਨੂੰ ਪਟਵਾਉਣ ਆਦਿ ਨਾਲ ਟੈਟਨਸ ਹੋ ਜਾਂਦਾ ਹੈ। ਡੰਡੀ ਕਈ ਵਾਰ ਦੂਸ਼ਿਤ ਔਜ਼ਾਰ ਨਾਲ ਇਲਾਜ ਕਰਨਾ, ਗੰਦੇ ਕੱਪੜੇ ਨਾਲ ਸਫਾਈ ਕਰਨਾ ਜਾਂ ਹੋਰ ਕਿਰਿਆਵਾਂ ਕਰਦੇ ਸਮੇਂ ਸਫਾਈ ਦਾ ਧਿਆਨ ਨਾ ਰੱਖਣਾ ਵੀ ਟੈਟਨਸ ਰੋਗ ਹੋਣ ਕਾਰਨ ਬਣ ਸਕਦਾ ਹੈ। ਡੰਡੀ ਟੈਟਨਸ ਦੀ ਬਿਮਾਰੀ ਨਵਜਨਮੇ ਬੱਚਿਆਂ ਨੂੰ ਵੀ ਹੋ ਸਕਦੀ ਹੈ। ਡੰਡੀ ਬੱਚੇ ਦਾ ਨਾੜੂ ਗੰਦੇ ਔਜ਼ਾਰ ਨਾਲ ਕੱਟਣਾ, ਗੰਦੇ ਹੱਥਾਂ ਨਾਲ ਜਾਂ ਗੰਦੀ ਜਗ੍ਹਾ ਦੀ ਵਰਤੋਂ ਕਰਨੀ, ਨਾੜੂ ਵਾਲੀ ਜਗ੍ਹਾ ਤੋਂ ਸਵਾਹ ਜਾਂ ਮਿੱਟੀ ਆਦਿ ਪੈਣ ਨਾਲ ਵੀ ਟੈਟਨਸ ਦੀ ਬਿਮਾਰੀ ਹੋ ਸਕਦੀ ਹੈ। ਡੰਡੀ ਕੰਨ ਦੀ ਮੈਲ, ਰੇਸ਼ੇ ਨੂੰ ਪੈਨ ਜਾਂ ਮਾਚਿਸ ਦੀ ਤੀਲੀ ਨਾਲ ਕੱਢਣ, ਖੇਡ ਦੌਰਾਨ ਸੱਟ ਲੱਗਣਾ, ਧੂੜ ਮਿੱਟੀ ਦੇ ਕਣ ਪੈਣ ਨਾਲ ਬੱਚਿਆਂ ਨੂੰ ਟੈਟਨਸ ਹੋ ਸਕਦਾ ਹੈ। ਡੰਡੀ ਟੈਟਨਸ ਦੇ ਕੀਟਾਣੂਆਂ ਦਾ ਦਾਖਲਾ ਜ਼ਖਮ, ਫੋੜਾ, ਫਿਣਸੀ, ਸੜੀ ਹੋਈ ਜਗ੍ਹਾ ਕਾਰਨ ਹੁੰਦਾ ਹੈ। ਡੰਡੀ ਸੱਟ ਲੱਗਣ, ਕੱਟਣ, ਸੜਨ, ਖਰੋਚ ਆ ਜਾਣ 'ਤੇ ਜ਼ਖਮ ਵਾਲੀ ਜਗ੍ਹਾ 'ਤੇ ਮਿੱਟੀ ਜਾਂ ਗੰਦਗੀ ਵਾਲੀ ਜਗ੍ਹਾ ਨੂੰ ਡੈਟੋਲ ਵਾਲੇ ਲੋਸ਼ਨ ਨਾਲ ਸਾਫ਼ ਕਰ ਦੇਣਾ ਚਾਹੀਦਾ ਹੈ ਜਾਂ ਐਂਟੀਸੈਪਟਿਕ ਦਵਾਈ ਲਾ ਕੇ ਪੱਟੀ ਬੰਨ੍ਹ ਦੇਣੀ ਚਾਹੀਦੀ ਹੈ। ਡੰਡੀ ਟੈਟਨਸ ਦੀ ਇਨਫੈਕਸ਼ਨ ਹੋ ਨਾ ਸਕੇ, ਇਸ ਲਈ ਇਹ ਜ਼ਰੂਰੀ ਹੈ ਕਿ ਬੱਚਿਆਂ ਦੇ ਜਨਮ ਸਮੇਂ ਹੀ ਗਰਭਵਤੀ ਮਾਤਾ ਨੂੰ ਟੈਟਨਸੀ ਰੋਕੂ ਟੀਕਾ ਲਗਵਾ ਦੇਣਾ ਚਾਹੀਦਾ ਹੈ ਤਾਂ ਜੋ ਜੱਚਾ ਅਤੇ ਬੱਚਾ ਦੋਵੇਂ ਹੀ ਟੈਟਨਸ ਦੇ ਕਹਿਰ ਤੋਂ ਸੁਰੱਖਿਅਤ ਰਹਿ ਸਕਣ। ਡੰਡੀ ਬੱਚੇ ਦੇ ਜਨਮ ਸਮੇਂ ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਹੱਥ ਧੋਵੋ, ਸਾਫ਼ ਸੁਥਰੀ ਜਗ੍ਹਾ ਹੋਵੇ, ਕੀਟਾਣੂ ਰਹਿਤ ਔਜ਼ਾਰ ਨਾਲ ਨਾੜੂ ਕੱਟਣ ਦਾ ਪ੍ਰਬੰਧ ਅਤੇ ਧੁੰਨੀ 'ਤੇ ਦਵਾਈ ਲਗਵਾਉਣ ਨਾਲ ਟੈਟਨਸ ਦਾ ਖਤਰਾ ਘੱਟ ਹੋ ਜਾਂਦਾ ਹੈ। ਡੰਡੀ ਜੇਕਰ ਪਹਿਲਾਂ ਕਦੀ TT ਦਾ ਟੀਕਾ ਨਹੀਂ ਲਗਵਾਇਆ ਤਾਂ TT ਦੇ 3 ਟੀਕੇ 4 ਤੋਂ 6 ਹਫ਼ਤੇ ਦੇ ਫ਼ਰਕ ਨਾਲ ਲਗਾ ਦੇਣੇ ਚਾਹੀਦੇ ਹਨ। ਡੰਡੀ ਜੇਕਰ ਪਹਿਲਾਂ ਹੀ ਟੀਕੇ ਲੱਗ ਚੁੱਕੇ ਹਨ ਤਾਂ ਸਿਰਫ ਬੂਸਟਰ ਹੀ ਲਗਵਾਉਣਾ ਚਾਹੀਦਾ ਹੈ। ਡੰਡੀ ਟੈਟਨਸ ਦਾ ਟੀਕਾ ਜ਼ਿਆਦਾਤਰ ਲੋਕ ਜੰਗਾਲ ਲੱਗੇ ਚਾਕੂ, ਕੈਂਚੀ ਜਾਂ ਕਿਸੇ ਔਜ਼ਾਰ ਨਾਲ ਸੱਟ ਲੱਗਣ 'ਤੇ ਟੀਕਾ ਲਗਵਾਉਂਦੇ ਹਨ ਅਤੇ ਕਿਸੇ ਹੋਰ ਸੱਟ ਲੱਗਣ 'ਤੇ ਅਣਦੇਖੀ ਕਰ ਦਿੰਦੇ ਹਨ, ਜੋ ਨਹੀਂ ਕਰਨੀ ਚਾਹੀਦੀ। ਡੰਡੀ ਰੋਗ ਦੀ ਇਨਫੈਕਸ਼ਨ
ਹੀ ਹੋ ਗਈ ਤਾਂ ਇਲਾਜ ਕਿਸੇ ਚੰਗੇ ਹਸਪਤਾਲ ਤੋਂ ਕਰਵਾਉਣਾ ਚਾਹੀਦਾ ਹੈ। ਡੰਡੀ ਸੱਟ ਲੱਗਣ 'ਤੇ ਜ਼ਖਮ ਨੂੰ ਚੰਗੀ ਤਰ੍ਹਾਂ ਧੋ ਕੇ ਟੀਕਾ ਲਗਵਾ ਲੈਣਾ ਚਾਹੀਦਾ ਹੈ। ਡੰਡੀ